ਮੇਲ ਲਹੁ ਦਇਆਲ ਕਹਿ ਤੇਰੇ ਦੁਆਰਿਆ। ਰਖ ਲੇਵਹੁ ਦੀਨ ਦਇਆਲ ਭਰਮਤ ਬਹੁ ਹਾਰਿਆ। ਭਗਤ ਵਸ਼ਲ ਤੇਰਾ ਬਿਰਦ ਹਰ ਪਤਤ ਉਦਾਰਿਆ। ਤੁਝ ਬਿਨ ਨਾਹੀ ਕੋਇ ਬਿਨੋ ਮੋਹਿ ਸਾਰਿਆ। ਕਰ ਬਹਿ ਲਿਹੁ ਦਇਆਲ ਸਾਗਰ ਸੰਸਾਰਿਆ। ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਣ ਤੂੰ ਦਾਤਾ। ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ। ਨੀਕੋ ਠਾਕੁਰ ਦੇਸਾ ਤੁਮ ਸਭ ਸਾਜੇ ਸਾਜ ਨਿਵਾਜੇ। ਜਿਉ ਪਿੰਡ ਦੇ ਪ੍ਰਾਨਾ ਨਿਰਗੁਣ ਯਾਰੇ ਗੁਣ ਨਹੀਂ ਕੋਈ। ਤੁਮ ਦਾਨ ਦੇਹੋ ਮਿਹਰਬਾਨਾ ਤੁਮ ਨਿਧਾਨ ਅਟਲ ਸੁਲਤਾਨ। ਜੀ ਜੰਦ ਸਭ ਜਾਚੈ ਕਹੋ ਨਾਨਕ ਹਮ ਇਹ ਹਵਾਲਾ। ਰਾਗ ਸੰਤਨ ਕੈ ਪਾਛੈ ਹੋਂ ਅਪਰਾਧੀ ਗੁਨਹਗਾਰ। ਹੋਂ ਬੇਮੁਖ ਮੰਦਾ ਚੋਰ ਜਿਆਰ ਜੁਆਰ ਹੋਂ ਪਰ ਘਰ ਜੋ ਹੰਦਾ। ਨਿੰਦਕ ਦੁਸ਼ਟ ਹਰਾਮ ਖੋਰ ਠਗ ਦੇਸ ਠਗੰਦਾ। ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ। ਵਿਸਾਸ ਘਾਤੀ ਅਕਿਰਤ ਘਣ ਮੈਂ ਕੋ ਨ ਰਖੰਦਾ। ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਕਹਾ ਬੁੱਧ ਪ੍ਰਭ ਤੁਸ਼ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਮੂਕ ਉਚਰਹਿ ਸ਼ਾਸਤਰ ਖਟ ਪਿੰਗ ਗਿਰਨ ਝੜ ਜਾਇ। ਆਂਦ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ। ਜਾ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਜਾ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅਗੰਜ ਹੈ ਅਭੰਜ ਹੈ ਅਝੂਜ ਹੈ ਅਝੰਜ ਹੈ। ਅਗੰਜ ਹੈ ਅਭੰਜ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਔਰ ਨਿਵਾਜੀ। ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ। ਆਪ ਜੀ ਅੰਮ੍ਰਿਤ ਵੇਲੇ ਤੋਂ ਅੰਮ੍ਰਿਤਮਈ ਬਾਣੀ ਦਾ ਆਨੰਦ ਮਾਣ ਰਹੇ ਹੋ। ਆਸਾ ਦੀ ਵਾਰ ਦੇ ਕੀਰਤਨ ਸਰਵਣ ਕਰਨਾ ਕੀਤੇ ਨੇ। ਸੋ ਆਓ ਹੁਣ ਜੋ ਲੜੀਵਾਰ ਜਾਪ ਸਾਹਿਬ ਦੀ ਕਥਾ ਚੱਲ ਰਹੀ ਹੈ ਉਹ ਮਨ ਚਿੱਤ ਇਕਾਗਰ ਕਰਕੇ ਸੁਣਨਾ ਕਰੀਏ। ਵਾਹਿਗੁਰੂ ਸਾਹਿਬ ਜੀਓ। ਅਗੰਜ ਹੈ। ਹੁਣ ਪਰਮਾਤਮਾ ਦੇ ਕੀਰਤਨ ਨਾਮ ਕਲਗੀਧਰ ਪਿਤਾ ਜੀ ਉਹ ਵਰਣਨ ਕਰ ਰਹੇ ਨੇ। ਜਿਵੇਂ ਕੱਲ੍ਹ ਵਰਣਨ ਕੀਤਾ ਸੀ ਅਭੇ ਹੈ ਉਹ ਭੇਦ ਤੋਂ ਰਹਿਤ ਹੈ ਜਾਂ ਡਰ ਤੋਂ ਰਹਿਤ ਹੈ। ਇਸ ਤਰ੍ਹਾਂ ਵਰਨ ਹੈ
ਸਾਰੇ ਸੰਸਾਰ ਦਾ ਜੋ ਭੂਖਣ ਰੂਪ ਹੈ, ਸਾਰੇ ਸੰਸਾਰ ਨੂੰ ਜਿਸ ਨੇ ਰਚਿਆ ਹੈ, ਜਿਸ ਨੇ ਕੁਦਰਤ ਰਚੀ, ਫੁੱਲ ਬਣਾਏ ਨੇ, ਜਿਸ ਨੇ ਨਦੀਆਂ ਬਣਾਈਆਂ, ਇਹ ਮਾਨੋ ਜਿਵੇਂ ਇੱਕ ਤਰ੍ਹਾਂ ਗਹਿਣਾ ਪਾਇਆ ਹੋਵੇ, ਇਸ ਪ੍ਰਿਥਵੀ ਦੇ ਕੁਦਰਤ 'ਤੇ ਜਿਵੇਂ ਗਹਿਣਾ ਪਾਇਆ ਹੋਵੇ, ਐਸੇ ਤਰ੍ਹਾਂ ਬੜੇ ਸੋਹਣੇ ਸਜਾਵਟਾਂ ਉਹ ਪਰਮਾਤਮਾ ਨੇ ਕੀਤੀਆਂ ਨੇ, ਜੋ ਸਾਰਿਆਂ ਦੀ ਪੂਰਤੀ ਕਰਨ ਵਾਲਾ ਹੈ। ਇੱਥੋਂ ਤੱਕ ਕੱਲ੍ਹ ਆਪਾਂ ਨੇ ਸਰਵਣ ਕਰਨਾ ਕੀਤਾ ਸੀ। ਅੱਗੇ ਅਗੰਜ ਹੈ, ਉਹ ਪਰਮਾਤਮਾ ਕੱਟਣ ਤੋਂ ਰਹਿਤ ਹੈ। ਗੰਜ ਕਹਿੰਦੇ ਨੇ ਢੇਰ ਨੂੰ, ਪਰਮਾਤਮਾ ਅਵਿਦਿਆ ਦੇ ਢੇਰ ਤੋਂ ਰਹਿਤ ਹੈ। ਐਸਾ ਹੈ ਅਗੰਜ ਹੈ, ਅਭੰਜ ਹੈ, ਉਹ ਭੰਨਣ ਤੋਂ ਰਹਿਤ ਹੈ। ਉਸ ਨੂੰ ਕੋਈ ਭੰਨ ਨਹੀਂ ਸਕਦਾ, ਕੋਈ ਪ੍ਰਤੀਤ ਨਹੀਂ ਕਰ ਸਕਦਾ ਉਸ ਨੂੰ। ਅਝੂਜ ਹੈ, ਅਝੂਜ ਹੈ, ਉਹ ਪਰਮਾਤਮਾ ਜੰਗ ਆਦਿ ਵਿੱਚ ਜੂਝਣ ਤੋਂ ਰਹਿਤ ਹੈ। ਉਹ ਝਗੜਨ ਤੋਂ ਰਹਿਤ ਹੈ, ਕਿਸੇ ਨਾਲ ਝਗੜਾ ਨਹੀਂ ਕਰਦਾ। ਜਿਵੇਂ ਕੋਈ ਸੂਰਮਾ ਜੰਗ ਵਿੱਚ ਸ਼ਹੀਦ ਹੋ ਜਾਂਦਾ ਹੈ, ਆਪਾਂ ਕਹਿੰਦੇ ਨੇ ਕਿ ਸੂਰਮਾ ਜੂਝ ਗਿਆ, ਭਾਵ ਕਿ ਸ਼ਹੀਦੀ ਪਾ ਗਿਆ। ਉਹ ਪਰਮਾਤਮਾ ਕਿਸੇ ਤੋਂ ਸ਼ਹੀਦ ਨਹੀਂ ਹੁੰਦਾ। ਅਝੰਜ ਹੈ, ਅਝੰਜ ਹੈ, ਝੜਨ ਤੋਂ ਰਹਿਤ ਹੈ। ਜਿਵੇਂ ਗਰਭ ਆਦਿ ਵਿੱਚ ਅੰਗ ਝੜ ਜਾਂਦੇ ਨੇ ਜਾਂ ਬੱਚਾ ਝੜ ਜਾਂਦਾ ਹੈ, ਕਈ ਝੜ ਜਾਂਦੇ ਨੇ, ਉਹ ਝੜਨ ਤੋਂ ਰਹਿਤ ਹੈ। ਪਰਮਾਤਮਾ ਝਗੜਿਆਂ ਤੋਂ ਰਹਿਤ ਹੈ। ਅਮੀਕ ਹੈ, ਅਮੀਕ ਹੈ, ਉਹ ਵੱਡਾ ਹੈ, ਵੱਡਾ ਹੈ, ਡੂੰਘਾ ਹੈ, ਪਤਾਲਾਂ ਦਾ ਪਤਾਲ ਹੈ, ਸਾਰਿਆਂ ਵਿੱਚ ਮਿਲਿਆ ਹੋਇਆ ਹੈ। ਰਫੀਕ ਹੈ, ਰਫੀਕ ਸਾਰਿਆਂ ਦਾ ਪਿਆਰਾ ਹੈ, ਦੋਸਤ ਹੈ, ਸਭ ਦਾ ਸਾਥੀ ਹੈ ਪਰਮਾਤਮਾ। ਉਹ ਸਾਰਿਆਂ ਵਿੱਚ ਵਿਆਪਕ ਹੈ, ਸਾਰਿਆਂ ਨੂੰ ਮੁਹੱਬਤ ਕਰਨ ਵਾਲਾ ਹੈ। ਅਧੰਦ ਹੈ, ਉਸ ਨੂੰ ਕੋਈ ਧੰਦੇ ਨਹੀਂ ਹੈ, ਉਸ ਨੂੰ ਕੋਈ ਧੰਦੇ ਨਹੀਂ ਕਰਨੇ ਪੈਂਦੇ। ਅਧੰਦ ਹੈ, ਸਾ ਮਾਇਆ ਹੀ ਸਾਰੇ ਕੰਮ ਕਰੀ ਜਾਂਦੀ ਹੈ, ਪਰਮਾਤਮਾ ਨੂੰ ਆਪ ਕੁਝ ਨਹੀਂ ਕਰਨਾ ਪੈਂਦਾ। ਉਹ ਜੂਨਾਂ ਵਿੱਚ ਨਹੀਂ ਧੋਂਦਾ ਪਰਮਾਤਮਾ, ਅਚਲ ਸਰੂਪ ਹੈ, ਉਹ ਕਦੇ ਚਲਾਇਮਾਨ ਨਹੀਂ ਹੁੰਦਾ। ਅਧੰਦ ਹੈ, ਉਹ ਧੰਦਿਆਂ ਤੋਂ ਰਹਿਤ ਹੈ, ਅਤੇ ਧੰਦਿਆਂ ਤੋਂ ਰਹਿਤ ਹੁੰਦਾ ਹੋਇਆ ਵੀ ਧੰਦਿਆਂ ਦੇ ਵਿੱਚ ਹੈ, ਭਾਵ ਕਿ ਆਪਣੇ ਭਗਤਾਂ ਦੇ ਕਾਰਜ ਕਰੀ ਜਾਂਦਾ ਹੈ। ਬੰਧ ਹੈ, ਬੰਧਨਾਂ ਤੋਂ ਰਹਿਤ ਹੈ, ਕਰਤਾ ਭੁਗਤਾ ਦੇ ਬੰਧਨਾਂ ਤੋਂ ਰਹਿਤ ਹੈ। ਨਿਰਬੂਝ ਹੈ, ਬੂਝਣ ਤੋਂ ਰਹਿਤ ਹੈ, ਪ੍ਰਤੀਤ ਨਹੀਂ ਆਉਂਦਾ, ਆਪਾਂ ਬੂਝ ਨਹੀਂ ਸਕਦੇ ਪਰਮਾਤਮਾ ਨੂੰ। ਅਸੂਝ ਹੈ, ਉਹ ਦਿਸਣ ਤੋਂ ਰਹਿਤ ਹੈ, ਸੂਝ ਕਹਿੰਦੇ ਨੇ, ਸੂਝ ਕਹਿੰਦੇ ਨੇ ਦਿਸਣਾ, ਉਹ ਦਿਸਣ ਤੋਂ ਰਹਿਤ ਹੈ। ਅਸੂਝ ਹੈ, ਉਹ ਸੋਝੀ ਤੋਂ ਰਹਿਤ ਹੈ, ਸੁੱਝਣ ਤੋਂ ਰਹਿਤ ਹੈ। ਅਕਾਲ ਹੈ, ਅਕਾਲ ਹੈ, ਕਾਲ ਸਮੇਂ ਤੋਂ ਰਹਿਤ ਹੈ। ਕਾਲ, ਉਹ ਕਾਲ ਜੋ ਜਮ ਦੇ ਜਿਵੇਂ ਜਮ ਹੁੰਦੇ ਨੇ, ਉਹ ਜਮਾਂ ਦੇ ਵੱਸ ਵੀ ਨਹੀਂ ਪੈਂਦਾ। ਅਕਾਲ ਹੈ, ਉਹ ਕਾਲ ਤੋਂ ਰਹਿਤ ਹੈ। ਅਜਾਲ ਹੈ, ਅਜਾਲ ਹੈ, ਜਾਲ ਕਹਿੰਦੇ ਨੇ ਬੰਧਨਾਂ ਨੂੰ, ਪਰਮਾਤਮਾ ਬੰਧਨਾਂ ਤੋਂ ਰਹਿਤ ਹੈ। ਜਾਲ ਕਹਿੰਦੇ ਨੇ ਜਲਣ ਨੂੰ, ਉਹ ਪਰਮਾਤਮਾ ਵਿਕਾਰਾਂ ਦੀ ਜਲਣ ਤੋਂ ਰਹਿਤ ਹੈ, ਉਹ ਜਮਾਂ ਦੇ ਜਾਲ ਵਿੱਚ ਨਹੀਂ ਫਸਦਾ। ਅਲਾਹ ਹੈ, ਅਲਾਹ ਹੈ, ਅਲਾਹ ਕਹਿੰਦੇ ਨੇ ਸੁੱਧ ਸਰੂਪ ਨੂੰ, ਪਰਮਾਤਮਾ ਸੁੱਧ ਸਰੂਪ ਹੈ। ਜਿਵੇਂ ਮੁਸਲਮਾਨ ਵੀਰ ਅੱਲਾ ਕਹਿੰਦੇ ਨੇ, ਗੁਰਬਾਣੀ ਵਿੱਚ ਵੀ ਆਉਂਦਾ ਹੈ, ਅੱਲਾਹ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਭਾਵ ਕਿ ਅੱਲਾਹ ਪਾਕੰ ਪਾਕ ਹੈ, ਉਹ ਪਵਿੱਤਰ ਰੂਪ ਹੈ, ਉਸ ਨੂੰ ਕੋਈ, ਉਸ ਵਿੱਚ ਕੋਈ ਖੋਟਤਾਈ ਨਹੀਂ ਹੈ, ਪਵਿੱਤਰ ਰੂਪ ਹੈ, ਪਾਕ ਹੈ। ਅੱਲਾਹ, ਉਹ ਸਾਰਿਆਂ ਨੂੰ ਲਖਣ ਵਾਲਾ ਹੈ, ਐਸਾ ਪਰਮਾਤਮਾ ਹੈ। ਅਜਾਹ ਹੈ, ਜਾਣ ਤੋਂ ਰਹਿਤ ਹੈ, ਕਿਤੇ ਜਾਂਦਾ ਨਹੀਂ ਹੈ, ਉਸ ਨੂੰ ਕਿਤੇ ਜਾਣਾ ਨਹੀਂ ਪੈਂਦਾ, ਉਹ ਜਗ੍ਹਾ ਤੋਂ ਰਹਿਤ ਹੈ। ਅਨੰਤ ਹੈ, ਅਨੰਤ, ਅਨ ਅੰਤ, ਅਨ ਕਹਿੰਦੇ ਨੇ ਦੁਵੈਤ ਨੂੰ, ਜੋ ਦੁਵੈਤ ਦਾ ਵੀ ਅੰਤ ਕਰਨ ਵਾਲਾ ਪਰਮਾਤਮਾ ਹੈ, ਜੋ ਬੇਅੰਤਾ ਬੇਅੰਤ ਗੁਣ ਤੇਰੇ, ਜਿਹਦੇ ਗੁਣ ਬੇਅੰਤ ਨੇ, ਜੋ ਬੇਅੰਤ ਸਰੂਪ ਹੈ, ਜੋ
ਜਿਸ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ, ਐਸਾ ਪਰਮਾਤਮਾ ਮਹੰਤ ਹੈ। ਮਹੰਤ, ਮਹੰਤ ਵੱਡੇ ਨੂੰ ਕਹਿੰਦੇ ਨੇ, ਮਹੰਤ ਮਹਾਨ ਨੂੰ ਕਹਿੰਦੇ ਨੇ। ਮਹੰਤ ਜੋ ਪਵਿੱਤਰ ਪੁਰਖ ਹੁੰਦਾ ਹੈ ਉਸ ਨੂੰ ਮਹੰਤ ਕਹਿੰਦੇ ਨੇ, ਜੋ ਪੂਜਨੀਕ ਹੁੰਦਾ ਹੈ ਉਹ ਮਹੰਤ ਹੈ। ਅਲੀਕ ਹੈ। ਅਲੀਕ, ਲੀਕ ਕਹਿੰਦੇ ਨੇ ਰੇਖਾ ਨੂੰ ਜਾਂ ਲਕੀਰ ਨੂੰ ਜਾਂ ਚਿੰਨ੍ਹ ਨੂੰ। ਜਿਵੇਂ ਆਪਾਂ ਕੋਈ ਰੇਖਾ ਖਿੱਚ ਦਈਏ, ਲਕੀਰ ਖਿੱਚ ਦਈਏ ਕਿ ਫਲਾਣੇ ਨੇ ਲੀਕ ਖਿੱਚੀ ਹੈ, ਉਹ ਲੀਕ ਤੋਂ ਵੀ ਰਹਿਤ ਹੈ, ਅਲੀਕ ਹੈ। ਪਰਮਾਤਮਾ ਕਲੰਕ ਤੋਂ ਵੀ ਰਹਿਤ ਹੈ। ਐਸਾ ਜੋ ਪਰਮਾਤਮਾ ਹੈ ਅਲੀ ਇੱਕ, ਉਹ ਅਲੀ ਕਹਿੰਦੇ ਨੇ ਜੋ ਪਿਆਰਾ ਹੈ, ਜੋ ਇੱਕੋ ਇੱਕ ਸਭ ਦਾ ਪਿਆਰਾ ਪਰਮੇਸ਼ਰ ਹੈ। ਨਿਰਸਰੀਕ ਹੈ। ਨਿਰਸਰੀਕ ਹੈ, ਉਹ ਸੀਕਿਆਂ ਤੋਂ ਰਹਿਤ ਹੈ। ਜਿਵੇਂ 7 ਧਾਤਾਂ ਹੁੰਦੀਆਂ ਨੇ ਨਾ, ਜਿਸਤ, ਸਿੱਕਾ, ਤਾਂਬਾ, ਸੋਨਾ ਆਦਿਕ ਸਿੱਕਿਆਂ ਤੋਂ ਪਰਮਾਤਮਾ ਰਹਿਤ ਹੈ। ਉਹ ਸਾਗ ਸੰਬੰਧਾਂ ਤੋਂ ਰਹਿਤ ਹੈ, ਨਿਰਸਰੀਕ ਹੈ। ਪਰਮਾਤਮਾ ਦਾ ਕੋਈ ਸ਼ਰੀਕ ਬਣ ਕੇ ਨਹੀਂ ਬਹਿੰਦਾ, ਭਾਵ ਕਿ ਪਰਮਾਤਮਾ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਐਸਾ ਜੋ ਪਰਮਾਤਮਾ ਹੈ। ਜਿਵੇਂ ਸੰਗਲਾ ਦੀਪ ਵਿੱਚ ਜਦੋਂ ਪਤਾ ਲੱਗਿਆ ਕਿ ਗੁਰੂ ਨਾਨਕ ਦੇਵ ਜੀ ਆਉਣਗੇ, ਤਾਂ ਜਿਹੜੇ ਪਖੰਡੀ ਸੀ ਸਾਰੇ ਆਪਣਾ ਨਾਮ ਨਾਨਕ ਨਾਨਕ ਰੱਖ ਕੇ ਬੈਠ ਗਏ, ਪਰ ਕੋਈ ਧਨ ਦੇ ਲਾਲਚ ਵਿੱਚ ਹੀ ਫਸ ਗਿਆ। ਕੋਈ ਜੋ ਰਾਜੇ ਨੇ ਰਾਜਕੁਮਾਰੀਆਂ ਜੋ ਭੇਜੀਆਂ ਸਨ, ਉਹਨਾਂ ਨੂੰ ਦੇਖ ਕੇ ਹੀ ਫਸ ਗਿਆ। ਪਰ ਜੋ ਗੁਰੂ ਨਾਨਕ ਦੇਵ ਜੀ ਹੈ, ਜੋ ਸੱਚੇ ਪਾਤਸ਼ਾਹ ਅਕਾਲ ਪੁਰਖ ਹੈ, ਉਸ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ, ਉਸ ਦਾ ਸ਼ਰੀਕ ਕੋਈ ਨਹੀਂ ਬਣ ਸਕਦਾ। ਜਿਵੇਂ ਕਿਸੇ ਨੇ ਪੁੱਛਿਆ ਕਿ ਰੱਬ ਤੋਂ ਕਿਹੜੀ ਚੀਜ਼ ਨਹੀਂ ਬਣੀ, ਤਾਂ ਮਹਾਰਾਜ ਨੇ ਕਿਹਾ ਕਿ ਰੱਬ ਤੋਂ ਆਪਣੇ ਵਰਗਾ ਰੱਬ ਹੀ ਨਹੀਂ ਬਣਿਆ, ਭਾਵ ਕਿ ਉਸ ਦਾ ਕੋਈ ਸ਼ਰੀਕ ਬਣ ਕੇ ਨਹੀਂ ਬੈਠ ਸਕਦਾ, ਪਰਮਾਤਮਾ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਧੀਰ ਮੱਲੀਏ ਨੇ ਬਰਾਬਰੀ ਕਰਨੀ ਚਾਹੀ, 22 ਮੰਜੀਆਂ ਲਾ ਦਿੱਤੀਆਂ ਬਾਬੇ ਬਕਾਲੇ, ਪਰ ਪਰਮਾਤਮਾ ਦੀ ਬਰਾਬਰੀ ਨਹੀਂ ਕਰ ਸਕਿਆ। ਪਰਮਾਤਮਾ ਦਾ ਕੋਈ ਸ਼ਰੀਕ ਬਣ ਹੀ ਨਹੀਂ ਸਕਦਾ, ਉਸ ਨੂੰ ਕੋਈ ਟੱਕਰ ਦੇ ਹੀ ਨਹੀਂ ਸਕਦਾ। ਐਸਾ ਪਰਮਾਤਮਾ ਹੈ ਜਿਸ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ, ਜੋ ਸੋਗ ਤੋਂ ਵੀ ਰਹਿਤ ਹੈ। ਐਸਾ ਪਰਮਾਤਮਾ ਨਿਰਲੰਭ ਹੈ। ਨਿਰਲੰਭ, ਲੰਬ ਕਹਿੰਦੇ ਨੇ ਆਸਰੇ ਨੂੰ, ਉਹ ਆਸਰੇ ਤੋਂ ਰਹਿਤ ਹੈ। ਉਸ ਨੂੰ ਕਿਸੇ ਦਾ ਆਸਰਾ ਨਹੀਂ ਤੱਕਣਾ ਪੈਂਦਾ, ਬਲਕਿ ਨਿਰਵਿਸ਼ੇਸ਼ ਕਰਕੇ ਲੰਬ ਸਾਰਿਆਂ ਦਾ ਆਸਰਾ ਹੈ। ਨਿਰਲੰਭ, ਉਹ ਗੁਰੂ ਤੋਂ ਬਿਨਾਂ ਲੱਭਣ ਤੋਂ ਰਹਿਤ ਹੈ। ਜੇ ਉਸ ਨੂੰ ਲੱਭਣਾ ਹੋਵੇ, ਪਰਮਾਤਮਾ ਨੂੰ ਪਾਉਣਾ ਹੋਵੇ, ਲੱਭਣਾ ਹੋਵੇ, ਤਾਂ ਗੁਰੂ ਤੋਂ ਬਿਨਾਂ ਲੱਭਿਆ ਨਹੀਂ ਜਾਂਦਾ, ਭਾਵ ਕਿ ਗੁਰੂ ਧਾਰਨਾ ਹੀ ਪੈਂਦਾ ਹੈ। ਆਪਣੇ ਗੁਰੂ ਕੌਣ ਨੇ? ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਗੁਰੂ ਨੇ। ਹੁਣ ਗੁਰੂ ਨੂੰ ਧਾਰਨ ਕਰਨ ਦੀ ਵੀ ਵਿਧੀ ਹੁੰਦੀ ਹੈ। ਜਿਵੇਂ ਪਹਿਲੇ ਸਮਿਆਂ ਵਿੱਚ ਹੁੰਦਾ ਸੀ ਕਿ ਗੁਰੂ ਨੂੰ ਧਾਰਨ ਕਰਨ ਵਾਸਤੇ ਉਹਦੇ ਕੋਲ ਰਹਿਣਾ ਵੀ ਪੈਂਦਾ ਸੀ, ਅਤੇ ਵਿੱਦਿਆ ਜਦੋਂ ਲੈ ਲਈ ਤਾਂ ਦਕਸ਼ਣਾ ਵੀ ਦੇਣੀ ਪੈਂਦੀ ਸੀ। ਵਿਧੀਆਂ ਹੁੰਦੀਆਂ ਨੇ, ਜਦੋਂ ਗੁਰੂ ਨੂੰ ਧਾਰਨ ਕਰੀਏ, ਕਿਸੇ ਨੂੰ ਗੁਰੂ ਮੰਨੀਏ, ਤਾਂ ਉਹਦੇ ਹੁਕਮ ਅਨੁਸਾਰ ਵੀ ਚੱਲਣਾ ਪੈਂਦਾ ਹੈ। ਹੁਣ ਗੁਰੂ ਦਾ ਹੁਕਮ ਕੀ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੁਕਮ ਕੀ ਹੈ? ਪੀਵਹੁ ਪਹੁਲ ਖੰਡ ਧਾਰ, ਹੋਏ ਜਨਮ ਸੁਹੇਲਾ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਹੁਣ ਆਪਣਾ ਤਨ ਮਨ ਧਨ ਸੌਂਪਣਾ ਕਿਵੇਂ ਹੈ? ਤਨ ਸੇਵਾ ਵਿੱਚ ਲਾ ਕੇ, ਅੰਮ੍ਰਿਤ ਛਕ ਕੇ ਗੁਰੂ ਨੂੰ ਸੌਂਪਣਾ ਹੈ। ਜਦੋਂ ਅੰਮ੍ਰਿਤ ਛਕਿਆ, ਅੱਖਾਂ ਵਿੱਚ 5 ਛਿੱਟੇ 5 ਪਿਆਰਿਆਂ ਨੇ ਪਾਏ, ਤਾਂ ਅੱਖਾਂ ਗੁਰੂ ਦੀਆਂ ਹੋ ਗਈਆਂ, ਭਾਵ ਕਿ ਪਰਤ੍ਰਿਆ ਰੂਪ ਨਾ ਵੇਖੈ ਨੇਤਰ। ਮੁੱਖ ਵਿੱਚ 5 ਚੂੜੇ ਪਾਏ, ਤਾਂ ਮੁੱਖ ਗੁਰੂ ਦਾ ਹੋ ਗਿਆ।
ਮੁਖ ਨਾਲ ਬਾਣੀ ਪੜ੍ਹਨੀ ਹੈ। ਸਿਰ ਵਿੱਚ 5 ਪਾਏ, ਚੂੜੇ 5 ਪਾਏ, ਤਾਂ ਇਹ ਸੀਸ ਗੁਰੂ ਦਾ ਹੋ ਗਿਆ। ਭਾਵ ਕਿ ਹੋਰ ਕਿਤੇ ਸੀਸ ਨਹੀਂ ਝੁਕਾਉਣਾ, ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਉਣਾ ਹੈ। ਐਸੇ ਤਰ੍ਹਾਂ ਤਨ ਆਪਣਾ ਗੁਰੂ ਨੂੰ ਅਰਪਣਾ ਹੈ। ਮਨ ਬਾਣੀ ਪੜ੍ਹ ਕੇ ਰਹਿਤ ਰੱਖ ਕੇ ਇਹ ਮਨ ਗੁਰੂ ਨੂੰ ਅਰਪਣਾ ਹੈ। ਭਾਵ ਕਿ ਤਨ ਕਰਕੇ ਮਨ ਕਰਕੇ ਵੀ ਗੁਰੂ ਦੇ ਹੋਣਾ ਹੈ। ਧਨ ਸੰਗਤ ਦੀ ਸੇਵਾ ਕਰਨੀ ਹੈ, ਦਸਵੰਧ ਕੱਢਣਾ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਅੱਗੇ ਕੀ ਕਹਿੰਦੇ ਨੇ? ਹੁਕਮ ਮੰਨੇ ਹੋ ਗੁਰੂ ਕੇਰਾ, ਗਾਵਹੁ ਸੱਚੀ ਬਾਣੀ। ਜਿਹੜਾ ਹੁਕਮ ਕੇਵਲ ਗੁਰੂ ਦਾ ਮੰਨਣਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ, ਅਤੇ ਸੱਚੀ ਜੋ ਬਾਣੀ ਹੈ ਉਹ ਗਾਣੀ ਹੈ, ਕੋਈ ਝੂਠੀ ਬਾਣੀ ਨਹੀਂ ਗਾਉਣੀ। ਕਈ ਤਾਂ ਆਪਣੇ ਆਪ ਨੂੰ ਹੀ ਗੁਰੂ ਅਖਵਾਉਂਦੇ ਨੇ ਨਾ, ਆਪਣੀ ਉਹ ਝੂਠੀਆਂ ਬਾਣੀਆਂ ਬਣਾਈਆਂ ਹੋਈਆਂ ਨੇ ਕਿ ਸਾਡੀ ਬਾਣੀ ਪੜ੍ਹੋ, ਸਾਡਾ ਜਾਪ ਕਰੋ, ਮੇਰੋ ਹੀ ਧਿਆਨ ਧਰੋ ਨਿਸਬਾਸਰ, ਕਿ ਦਿਨ ਰਾਤ ਮੇਰਾ ਹੀ ਧਿਆਨ ਕਰੋ, ਅਤੇ ਭੁੱਲ ਕੇ ਕਿਸੇ ਹੋਰ ਦਾ ਧਿਆਨ ਨਹੀਂ ਕਰਨਾ। ਐਸੇ ਵੀ ਪਖੰਡੀ ਨੇ। ਐਸੇ ਤਰ੍ਹਾਂ ਉਹ ਪਰਮਾਤਮਾ ਨਿਰਲੰਭ ਹੈ, ਗੁਰੂ ਤੋਂ ਬਿਨਾਂ ਲੱਭਣ ਤੋਂ ਰਹਿਤ ਹੈ। ਜੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਧਾਰਾਂਗੇ ਤਾਂ ਉਹ ਪਰਮਾਤਮਾ ਨੂੰ ਆਪਾਂ ਮਿਲ ਸਕਦੇ ਹਾਂ, ਅਕਾਲ ਪੁਰਖ ਨੂੰ ਮਿਲ ਸਕਦੇ ਹਾਂ, ਭਾਵ ਕਿ ਨਿਰਗੁਣ ਸਰੂਪ ਨੂੰ ਮਿਲ ਸਕਦੇ ਹਾਂ। ਕਈ ਸ਼ੰਕਾ ਵੀ ਕਰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਅਤੇ ਪਰਮਾਤਮਾ ਵੱਖਰੇ ਵੱਖਰੇ ਨੇ। ਨਹੀਂ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਕਈ ਜਿਵੇਂ ਸ਼ੰਕਾ ਕਰਦੇ ਨੇ ਕਿ ਜੋ ਅਕਾਲ ਪੁਰਖ ਹੈ, ਜੋ ਬ੍ਰਹਮ ਸਰੂਪ ਹੈ, ਉੱਥੇ ਤੱਕ ਤਾਂ ਕੁਛ ਜਾਣਦਾ ਨਹੀਂ, ਸ਼ਬਦ ਜਾਣਦਾ ਨਹੀਂ, ਤਾਂ ਸ਼ਬਦ ਪੜ੍ਹ ਕੇ ਫਿਰ ਫਾਇਦਾ ਕੀ ਹੈ? ਗੁਰਬਾਣੀ ਪੜ੍ਹ ਕੇ ਫਾਇਦਾ ਕੀ ਹੈ? ਹੁਣ ਜੇ ਆਪਾਂ ਇੱਥੋਂ ਹੱਥ ਵਿੱਚ ਵੱਟਾ ਫੜਿਆ ਹੋਇਆ ਹੈ ਅਤੇ ਵੱਟਾ ਆਪਾਂ ਚਲਾ ਕੇ ਪਰਾਂ ਮਾਰੀਏ ਤਾਂ ਕੀ ਆਪਣਾ ਹੱਥ ਨਾਲ ਜਾਂਦਾ ਹੈ? ਜੋ ਪਰਮਾਤਮਾ ਹੈ, ਜੋ ਸ਼ਬਦ ਹੈ, ਜਦੋਂ ਗੁਰਬਾਣੀ ਪੜ੍ਹੀਏ ਇਹ ਫਿਰ ਆਪਣੇ ਮਨ ਨੂੰ, ਜੀਵ ਆਤਮਾ ਨੂੰ ਬ੍ਰਹਮ ਵਿੱਚ ਅਭੇਦ ਕਰ ਦਿੰਦਾ ਹੈ। ਸ਼ਬਦ ਇੱਕ ਓਅੰਕਾਰ ਤੋਂ ਲੈ ਕੇ 18 10 20 ਤੱਕ ਇਕੱਲੇ ਇਕੱਲੇ ਅੱਖਰ 'ਤੇ ਸ਼ਰਧਾ ਧਾਰਨੀ ਹੈ। ਫਿਰ ਜਦੋਂ ਸ਼ਰਧਾ ਧਾਰੀਏ, ਗੁਰਬਾਣੀ ਮਨ ਵਿੱਚ ਵਸਾਈਏ, ਤਾਂ ਫਿਰ ਜੀਵ ਨਿਰਗੁਣ ਸਰੂਪ ਵਿੱਚ ਅਭੇਦ ਹੋ ਜਾਂਦਾ ਹੈ। ਗੁਰਾਂ ਤੋਂ ਬਿਨਾਂ ਲੱਭਣ ਤੋਂ ਰਹਿਤ ਹੈ, ਉਸ ਨੂੰ ਲੱਭਿਆ ਨਹੀਂ ਜਾ ਸਕਦਾ। ਜੋ ਨਿਰਲੰਭ, ਜਿਸ ਨੂੰ ਕਿਸੇ ਦਾ ਆਸਰਾ ਨਹੀਂ ਹੈ, ਬਲਕਿ ਸਾਰਿਆਂ ਨੂੰ ਨਿਰਵਿਸ਼ੇਸ਼ ਕਰਕੇ ਲੰਬ ਆਸਰਾ ਦੇਣ ਵਾਲਾ ਹੈ। ਅਸੰਭ ਹੈ, ਅਚਰਜ ਰੂਪ ਹੈ। ਉਹਨੂੰ ਦੇਖ ਕੇ ਕਈ ਤਾਂ ਬੜੇ ਹੈਰਾਨ ਜੇ ਹੁੰਦੇ ਨੇ। ਅਚਰਜ ਰੂਪ ਹੈ, ਅਸੰਭ ਹੈ, ਸਾਂਭਣ ਤੋਂ ਰਹਿਤ ਹੈ, ਅਸੰਭ ਜੰਮਣ ਤੋਂ ਰਹਿਤ ਹੈ, ਅਸੰਭ ਜਿਵੇਂ ਸ਼ਿਵ ਜੀ ਨੂੰ ਵੀ ਸ਼ੰਭੂ ਕਹਿੰਦੇ ਨੇ, ਉਹ ਸ਼ਿਵ ਜੀ ਤੋਂ ਵੀ ਰਹਿਤ ਹੈ। ਭਾਵ ਕਿ ਸਾਰੇ ਗੌਣੀ ਨੇ, ਸਾਰੇ ਗੌਣੀ ਰੂਪ ਨੇ, ਦੂਜੇ ਨੰਬਰ 'ਤੇ ਨੇ। ਉਹ ਪਰਮਾਤਮਾ ਮੁਖੀ ਰੂਪ ਹੈ, ਮਨ ਦੀ ਗਮਤਾ ਤੋਂ ਰਹਿਤ ਹੈ, ਉਸ ਤੱਕ ਪਹੁੰਚਿਆ ਨਹੀਂ ਜਾ ਸਕਦਾ। ਦੁਆਰੇ ਪੜ੍ਹੋ। ਅਗੰਮ ਹੈ, ਮਨ ਦੀ ਗਮਤਾ ਤੋਂ ਰਹਿਤ ਹੈ, ਅਜੰਮ ਹੈ, ਉਹ ਪਰਮਾਤਮਾ ਜੰਮਣ ਤੋਂ ਰਹਿਤ ਹੈ, ਅਭੂਤ ਹੈ, ਅਭੂਤ ਹੈ। ਪ੍ਰਿਥਵੀ ਦੇ ਜਿਹੜੇ ਤੱਤਾਂ ਦੇ ਕਾਰਜ ਨੇ ਉਸ ਤੋਂ ਰਹਿਤ ਹੈ। ਪਰਮਾਤਮਾ ਡਰ ਤੋਂ ਰਹਿਤ ਹੈ, ਅਛੂਤ ਹੈ, ਅਛੂਤ ਹੈ, ਉਹ ਛੂਹਣ ਤੋਂ ਰਹਿਤ ਹੈ, ਉਸ ਨੂੰ ਛੂਹਿਆ ਨਹੀਂ ਜਾ ਸਕਦਾ। ਉਹ ਪਹੁੰਚਤਾਈ ਤੋਂ ਰਹਿਤ ਹੈ, ਪਰਮਾਤਮਾ ਤੱਕ ਪਹੁੰਚਿਆ ਨਹੀਂ ਜਾ ਸਕਦਾ। ਅਛੂਤ ਹੈ, ਉਹ ਭਿੱਟਣਤਾਈ ਤੋਂ ਰਹਿਤ ਹੈ, ਪਰਮਾਤਮਾ ਨੀਚਤਾਈ ਤੋਂ ਰਹਿਤ ਹੈ। ਜੇ ਆਪਾਂ ਕਹਿੰਦੇ ਕਿ ਫਲਾਣਾ ਬੰਦਾ ਉਹ ਨੀਵੀਂ ਜਾਤੀ ਦਾ ਹੈ, ਉਹਨੇ ਸਾਨੂੰ ਹੱਥ ਲਾ ਤਾ ਅਤੇ ਅਸੀਂ ਭਿੱਟੇ ਗਏ,
ਉਹ ਪਰਮਾਤਮਾ ਐਸਾ ਨਹੀਂ ਹੈ। ਜਿਵੇਂ ਭਗਤ ਰਵਿਦਾਸ ਜੀ ਨੂੰ ਜਦੋਂ ਅਕਾਲ ਪੁਰਖ ਨੇ ਗੋਦ ਵਿੱਚ ਲਿਆ ਤਾਂ ਅਕਾਲ ਪੁਰਖ ਨੇ ਵੈਸੇ ਹੀ ਪਰਖ ਪਾਉਣ ਵਾਸਤੇ ਕਹਿਤਾ ਕਿ ਮੈਂ ਤਾਂ ਭਿੱਟਿਆ ਗਿਆ। ਭਗਤ ਰਵਿਦਾਸ ਜੀ ਕਹਿੰਦੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਕਦੇ ਹੁਣ ਤਾਂ ਇੱਕ ਰੂਪ ਹਾਂ ਜੀ, ਮੇਰੇ ਔਰ ਤੁਹਾਡੇ ਵਿੱਚ ਅੰਤਰ ਕੀ ਹੈ। ਜਬ ਹਮ ਬਾਧੇ ਮੋਹ ਫਾਸ ਹਮ ਪ੍ਰੇਮ ਬਦਨ ਤੁਮ ਬਾਧੇ ਆਪਣੇ ਛੂਟਨ ਕੋ ਜਤਨ ਕਰੋ ਹਮ ਛੂਟੇ ਤੁਮ ਆਰਾਧੇ। ਮਹਾਰਾਜ ਸੱਚੇ ਪਾਤਸ਼ਾਹ ਜੀਓ, ਜਦੋਂ ਤੁਸੀਂ ਸਾਨੂੰ ਜਮ ਹਮ ਬਾਧੇ ਮੋਹ ਫਾਸ, ਜਦੋਂ ਤੁਸੀਂ ਸਾਨੂੰ ਬੰਨਿਆ ਹਮ ਪ੍ਰੇਮ ਬਦਨ ਤੁਮ ਬਾਧੇ, ਅਸੀਂ ਤੁਹਾਨੂੰ ਫਿਰ ਪ੍ਰੇਮ ਦੇ ਬੰਧਨ ਵਿੱਚ ਬੰਨਿਆ। ਆਪਣੇ ਛੂਟਣ ਕੋ ਯਤਨ ਕਰੋ। ਸੱਚੇ ਪਾਤਸ਼ਾਹ ਜੀ ਹੁਣ ਆਪਣੇ ਛੁੱਟਣ ਦਾ ਯਤਨ ਕਰੋ। ਹਮ ਛੂਟੇ ਤੁਮ ਆਰਾਧੇ, ਅਸੀਂ ਤਾਂ ਤੈਨੂੰ ਧਿਆ ਕੇ ਤੈਨੂੰ ਆਰਾਧ ਕੇ ਛੁੱਟ ਗਏ ਹਾਂ, ਤੁਸੀਂ ਕਿਸ ਨੂੰ ਧਿਆ ਕੇ ਛੁੱਟੋਗੇ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਹੇ ਅਕਾਲ ਪੁਰਖ, ਹੁਣ ਤੇਰੇ ਤੇ ਮੇਰੇ ਵਿੱਚ ਅੰਤਰ ਕੀ ਰਹਿ ਗਿਆ। ਐਸਾ ਉਹ ਪਰਮਾਤਮਾ ਅਛੂਤ ਹੈ, ਜੋ ਛੂਣਤਾਈ ਹੈ, ਪਹੁੰਚਤਾਈ ਹੈ, ਉਸ ਤੋਂ ਰਹਿਤ ਹੈ। ਉਹ ਭਿੱਟਿਆ ਨਹੀਂ ਜਾਂਦਾ, ਉਹ ਨੀਚਤਾਈ ਤੋਂ ਰਹਿਤ ਹੈ। ਅਲੋਕ ਹੈ। ਲੋਕ ਅਲੋਕ, ਲੋਕ 14 ਲੋਕਾਂ ਤੋਂ ਰਹਿਤ ਹੈ। ਅਲੋਕ ਆ ਸਭ ਕਰਕੇ ਸਾਰੇ ਲੋਕਾਂ ਵਿੱਚ ਆਇਆ ਹੋਇਆ ਹੈ। ਲੋਕ ਪਰਮਾਤਮਾ ਦਿਸਣ ਤੋਂ ਰਹਿਤ ਹੈ। ਅਲੋਕ ਪ੍ਰਕਾਸ਼ ਸਰੂਪ ਹੈ ਪਰਮਾਤਮਾ। ਅਸ਼ੋਕ ਹੈ। ਉਸ ਨੂੰ ਕਿਸੇ ਚੀਜ਼ ਦਾ ਸੋਗ ਨਹੀਂ ਹੈ, ਅਸ਼ੋਕ ਹੈ। ਪਰਮਾਤਮਾ ਸੁੱਕਣ ਤੋਂ ਰਹਿਤ ਹੈ। ਕਰਮ ਹੈ। ਨਿਤ ਨਮਿਤ ਜੋ ਪ੍ਰਾਸ਼ਤ ਕਰਮ ਨੇ, ਆਪਾਂ ਤਾਂ ਕਰਮ ਕਰਦੇ ਹਨ। ਜੋ ਸੰਚਿਤ ਕਰਮ ਨੇ ਪਰਾਰਬਧ ਹੁੰਦੀ ਹੈ, ਜੋ ਪਿਛਲੇ ਕਰਮ ਕੀਤੇ ਹੁੰਦੇ ਨੇ। ਜੋ ਨਿਤ ਨਮਿਤ ਰੋਜ਼ ਦੇ ਕਰਮ ਹੁੰਦੇ ਨੇ, ਫਿਰ ਸੰਚਿਤ ਕਰਮ ਵੀ ਬਣ ਜਾਂਦੇ ਨੇ। ਉਹ ਨਿਤ ਨਮਿਤ ਪ੍ਰਾਸ਼ਿਤ ਕਰਮਾਂ ਤੋਂ ਰਹਿਤ ਹੈ। ਉਸ ਨੂੰ ਕੋਈ ਕਰਮ ਨਹੀਂ ਕਰਨਾ ਪੈਂਦਾ। ਉਹ ਅਕਰੇ ਰੂਪ ਹੈ, ਕੁਟਸਥ ਹੈ, ਭਾਵ ਕਿ ਸਾਰੇ ਕਰਮ ਮਾਇਆ ਕਰਦੀ ਹੈ। ਉਹ ਮਾਇਆ ਤੋਂ ਸਭ ਕੁਛ ਕਰਾਉਂਦਾ ਹੈ, ਉਹ ਅੱਗੇ ਸਭ ਤੋਂ ਕਰਾਉਂਦਾ ਹੈ, ਪਰ ਆਪ ਪਰਮਾਤਮਾ ਕੋਈ ਕਰਮ ਨਹੀਂ ਕਰਦਾ। ਅਕਰੇ ਰੂਪ ਹੈ, ਅਕਰਮ ਹੈ, ਭਾਵ ਕਿ ਸਾਰਿਆਂ ਦੇ ਕਰਮ ਕਿਰਪਾ ਕਰਨ ਵਾਲਾ ਆ ਸਾਰਿਆਂ ਵਿੱਚ ਆਇਆ ਹੋਇਆ ਹੈ, ਜੋ ਸਾਰਿਆਂ 'ਤੇ ਕਿਰਪਾ ਕਰਦਾ ਹੈ, ਜੋ ਕਰਮ ਬਖਸ਼ੀ ਕਰਦਾ ਹੈ, ਜੋ ਸਾਰਿਆਂ ਵਿੱਚ ਰਮਿਆ ਹੋਇਆ ਹੈ, ਅਕਰਮ ਹੈ। ਉਹ ਨਿਤ ਨਮਿਤ ਕਰਮਾਂ ਤੋਂ ਰਹਿਤ ਹੈ, ਕਰਮ ਨਹੀਂ ਕਰਨੇ ਪੈਂਦੇ। ਭਰਮ ਹੈ। ਭਰਮ ਜੋ 5 ਤਰ੍ਹਾਂ ਦਾ ਭਰਮ ਹੈ, ਭੇਦ ਭਰਮ, ਕਰਤੱਤ ਭਰਮ, ਪੁੰਨ ਸੰਗ ਭਰਮ, ਵਿਕਾਰ ਬ੍ਰਹਮ ਇਤਰ ਜਗ ਸਤ ਭਰਮ, ਪਾਂਚੋ ਭਰਮ ਸੰਸਾਰ। ਇਹਨਾਂ ਭਰਮਾਂ ਤੋਂ ਉਹ ਰਹਿਤ ਹੈ, ਉਹ ਭਰਮਾਇਆ ਨਹੀਂ ਜਾ ਸਕਦਾ। ਉਹ ਸਾਰਿਆਂ ਨੂੰ ਭਰਮਾਂ ਤੋਂ ਦੂਰ ਕਰਨ ਵਾਲਾ ਵੀ ਹੈ, ਭਰਮ ਤੋਂ ਰਹਿਤ ਹੈ। ਅਜੀਤ ਹੈ। ਜਿੱਤਣ ਤੋਂ ਰਹਿਤ ਹੈ, ਉਸ ਨੂੰ ਕੋਈ ਜਿੱਤ ਨਹੀਂ ਸਕਦਾ। ਜੋ ਮਾਇਆ ਸਭ ਨੂੰ ਜਿੱਤਣ ਵਾਲੀ ਹੈ, ਉਸ ਤੋਂ ਵੀ ਅਜਿੱਤ ਹੈ ਪਰਮਾਤਮਾ। ਮਾਇਆ ਵੀ ਪਰਮਾਤਮਾ ਨੂੰ ਜਿੱਤ ਨਹੀਂ ਸਕਦੀ। ਅਭੀਤ ਹੈ। ਅਭੀਤ ਹੈ। ਭੀਤ ਕਹਿੰਦੇ ਨੇ ਕੰਧ ਨੂੰ, ਕੰਧ ਹੁੰਦੀ ਹੈ ਜੜ। ਪਰਮਾਤਮਾ ਜੜਤਾਈ ਤੋਂ ਰਹਿਤ ਹੈ। ਭੀਤ ਕਹਿੰਦੇ ਨੇ ਸਰੀਰ ਨੂੰ, ਪਰਮਾਤਮਾ ਸਰੀਰ ਤੋਂ ਰਹਿਤ ਹੈ। ਅਵਾਹ ਹੈ। ਅਬਾਹਾ ਹੈ। ਬਾਹਾ ਕਹਿੰਦੇ ਨੇ ਪ੍ਰੇਰਕ ਨੂੰ, ਪਰਮਾਤਮਾ ਦਾ ਕੋਈ ਪ੍ਰੇਰਕ ਨਹੀਂ ਹੈ। ਆਪਣੇ ਤਾਂ ਪ੍ਰੇਰਕ ਨੇ, ਆਪਾਂ ਨੂੰ ਕੋਈ ਪ੍ਰੇਰ ਸਕਦਾ ਹੈ, ਕੋਈ ਕੰਮ ਕਰਾ ਸਕਦਾ ਹੈ, ਪਰ ਪਰਮਾਤਮਾ ਦਾ ਕੋਈ ਪ੍ਰੇਰਕ ਨਹੀਂ ਹੈ। ਅਬਾਹਾ ਹੈ, ਉਹ ਉਸਦਾ ਕੋਈ ਪ੍ਰੇਰਕ ਨਹੀਂ ਹੈ। ਬਾਹਾ ਉਸਦੇ ਬਾਹ ਆਦਿਕ ਅੰਗ ਨਹੀਂ ਹਨ। ਬਾਹਾ ਉਹ ਗ੍ਰਹਿਣ ਕਰਨ ਤੋਂ ਰਹਿਤ ਹੈ। ਬਾਹਾ ਉਹ ਕਿਸੇ ਦੇ ਅਧੀਨ ਹੋਣ ਤੋਂ ਰਹਿਤ ਹੈ। ਪਰਮਾਤਮਾ ਅਗਾਹ ਹੈ। ਅਗਾਹ ਹੈ। ਗਾਹਾ ਪਕੜਨ ਤੋਂ ਰਹਿਤ ਹੈ।
ਉਸ ਨੂੰ ਪਕੜਿਆ ਨਹੀਂ ਜਾ ਸਕਦਾ। ਗਾਹਾ ਪਰਮਾਤਮਾ ਡੂੰਘਾ ਹੈ, ਉਸ ਦਾ ਪਰਮਾਤਮਾ ਦਾ ਕੋਈ ਅੰਤ ਨਹੀਂ ਪਾ ਸਕਦਾ। ਪਰਮਾਤਮਾ ਕਲੰਕ ਤੋਂ ਰਹਿਤ ਹੈ, ਅਗਾਹ ਹੈ, ਸਾਰੇ ਪਾਸੇ ਵਿਆਪਕ ਹੈ। ਅਮਾਨ ਹੈ, ਅਮਾਨ ਹੈ, ਮਾਨ ਤੋਂ ਰਹਿਤ ਹੈ, ਹੰਕਾਰ ਤੋਂ ਰਹਿਤ ਹੈ। ਆ ਸਾਰਿਆਂ ਵਿੱਚ ਆਇਆ ਹੋਇਆ ਹੈ, ਸਾਰਿਆਂ ਨੂੰ ਮਾਨ ਬਖਸ਼ਣ ਵਾਲਾ ਵੀ ਉਹੀ ਹੈ। ਨਿਧਾਨ ਹੈ, ਨਿਧੀਆਂ ਦਾ ਖਜ਼ਾਨਾ ਹੈ, ਨਿਧੀਆਂ ਦਾ ਘਰ ਹੈ, ਬੜਾ ਚਤੁਰ ਹੈ, ਸਾਰਿਆਂ ਦਾ ਚਤੁਰ ਹੈ। ਅਨੇਕ ਹੈ, ਅਮੀਕ ਹੈ, ਅਨੇਕ ਹੈ। ਪਰਮਾਤਮਾ ਅਨੇਕ ਸਰੂਪ ਹੈ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ। ਪਰਮਾਤਮਾ ਇੱਕ ਹੁੰਦਾ ਹੋਇਆ ਵੀ ਅਨੇਕਾਂ ਵਿੱਚ ਹੈ। ਹੁਣ ਆਪਾਂ ਇਹ ਨਹੀਂ ਨਾ ਕਹਿ ਸਕਦੇ ਕਿ ਫਲਾਣੇ ਵਿੱਚ ਪਰਮਾਤਮਾ ਨਹੀਂ ਹੈ, ਕਿ ਫਲਾਣੇ ਬੰਦੇ ਵਿੱਚ ਪਰਮਾਤਮਾ ਨਹੀਂ ਹੈ। ਉਹ ਪਰਮਾਤਮਾ ਤਾਂ ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਤੂੰ ਹਿਰਦੈ ਗੁਪਤ ਬਸਹਿ ਦਿਨ ਰਾਤੀ, ਤੇਰਾ ਭਾਉ ਨਾ ਬੁਝੈ ਗੁਬਾਰੀ। ਹੈ ਤਾਂ ਪਰਮਾਤਮਾ ਸਭ ਵਿੱਚ ਹੈ, ਪਰ ਪ੍ਰਗਟ ਨਹੀਂ ਹੈ। ਪ੍ਰਗਟ ਕਰਨ ਦੀ ਲੋੜ ਹੈ। ਪ੍ਰਗਟ ਕਦੋਂ ਹੋਵੇਗਾ? ਜਦੋਂ ਬਾਣੀ ਪੜ੍ਹ ਕੇ, ਨਾਮ ਜਪ ਕੇ, ਜਦੋਂ ਤਨ ਮਨ ਧਨ ਸਭ ਸੌਂਪ ਗੁਰ ਕੋ ਸੌਂਪ ਦਿੱਤਾ, ਜਦੋਂ ਰੋਮ ਰੋਮ ਵਾਹਿਗੁਰੂ ਜਪਣ ਲੱਗੇ, ਜਦੋਂ ਆਪਾਂ ਪਰਮਾਤਮਾ ਦੇ ਹੋ ਗਏ, ਤਾਂ ਉਹ ਹਿਰਦੇ ਵਿੱਚ ਪ੍ਰਗਟ ਹੋਵੇਗਾ। ਤੂੰ ਹਿਰਦੈ ਗੁਪਤ ਬਸਹਿ ਦਿਨ ਰਾਤੀ, ਤੇਰਾ ਭਾਉ ਨਾ ਬੁਝੈ ਗੁਬਾਰੀ। ਬਸਦਾ ਤਾਂ ਸਾਰਿਆਂ ਵਿੱਚ ਹੈ, ਪਰ ਪ੍ਰਗਟ ਨਹੀਂ ਹੈ। ਆਪਾਂ ਨੇ ਪ੍ਰਗਟ ਨਹੀਂ ਕੀਤਾ, ਆਪਾਂ ਨੂੰ ਪ੍ਰਗਟ ਕਰਨ ਦਾ ਢੰਗ ਨਹੀਂ ਆਇਆ। ਜਿਵੇਂ ਦੁੱਧ ਹੈ, ਦੁੱਧ ਵਿੱਚ ਹੀ ਘਿਓ ਹੈ, ਮੱਖਣ ਹੈ, ਦਹੀਂ ਹੈ। ਜੇ ਪਹਿਲੇ ਦੁੱਧ ਇੱਦਾਂ ਪਿਆ ਹੋਵੇ, ਆਪਾਂ ਕਿਸੇ ਨੂੰ ਕਹੀਏ ਕਿ ਇਹਦੇ ਵਿੱਚ ਘਿਓ ਪਿਆ ਹੈ, ਕਦੇ ਮੈਨੂੰ ਤਾਂ ਦਿਸਦਾ ਨਹੀਂ ਹੈ। ਪਰ ਜਦੋਂ ਦੁੱਧ ਨੂੰ ਕਾੜਾਂਗੇ, ਜਾਗ ਲਾਵਾਂਗੇ ਜਾਂ ਮੱਖਣ ਬਣਾਵਾਂਗੇ, ਉਸ ਤੋਂ ਬਾਅਦ ਕਿਤੇ ਜਾ ਕੇ ਘਿਓ ਬਣਦਾ ਹੈ। ਬਾਰ-ਬਾਰ ਉਸ ਨੂੰ ਗਰਮ ਕਰਕੇ ਅੱਗ 'ਤੇ ਚੜ੍ਹਾਉਣਾ ਪੈਂਦਾ ਹੈ। ਇਸੇ ਤਰ੍ਹਾਂ ਆਪਣੇ ਮਨ ਨੂੰ ਵੀ ਨਾਮ ਜਪ ਕੇ, ਤਪੱਸਿਆ ਕਰ ਕਰਕੇ ਤਪਾਉਣਾ ਪੈਂਦਾ ਹੈ। ਕੁੱਟ ਕੁੱਟ ਮਨ ਕਸਵੱਟੀ ਲਾਵੈ। ਇੰਨੀ ਮਸ਼ੱਕਤ ਕਰਨ ਤੋਂ ਬਾਅਦ ਕਿਤੇ ਜਾ ਕੇ ਦੁੱਧ ਵਿੱਚੋਂ ਘਿਓ ਨਿਕਲਦਾ ਹੈ। ਐਸੇ ਤਰ੍ਹਾਂ ਜੋ ਪਰਮਾਤਮਾ ਅੰਦਰ ਹੈ, ਜਦੋਂ ਖੋਜਾਂਗੇ ਤਾਂ ਉਸ ਦੀ ਪ੍ਰਾਪਤੀ ਵੀ ਹੁੰਦੀ ਹੈ। ਜੋ ਖੋਜਹਿ ਸੋ ਪਾਵੈ। ਜਿਹੜਾ ਖੋਜਦਾ ਹੈ ਉਹ ਪਰਮਾਤਮਾ ਨੂੰ ਪਾ ਲੈਂਦਾ ਹੈ। ਹੇ ਪਰਮਾਤਮਾ, ਤੂੰ ਅਨੇਕ ਹੈ, ਸਾਰਿਆਂ ਵਿੱਚ ਤੂੰ ਹੈ। ਰਜੋ ਤਮੋ ਸਤੋ ਗੁਣ ਕਰਕੇ ਸਾਰਿਆਂ ਵਿੱਚ ਵਿਆਪਕ ਹੈ। ਫਿਰ ਏਕ ਹੈ, ਅਨੇਕ ਹੁੰਦਾ ਹੋਇਆ ਵੀ, ਸਾਰਿਆਂ ਵਿੱਚ ਹੁੰਦਾ ਹੋਇਆ ਵੀ ਫਿਰ ਇੱਕ ਰੂਪ ਹੈ। ਜਿਵੇਂ ਆਪਾਂ 500 ਘੜਾ ਜਲ ਦਾ ਭਰ ਕੇ ਰੱਖ ਦਈਏ, ਤਾਂ ਜਿਹੜਾ ਚੰਦ ਹੈ ਸਾਰੇ ਘੜਿਆਂ ਵਿੱਚ ਵੱਖੋ ਵੱਖਰਾ ਉਹ ਨਜ਼ਰ ਆਵੇਗਾ, ਪਰ ਚੰਦ ਇੱਕ ਹੈ। ਐਸੇ ਤਰ੍ਹਾਂ ਪਰਮਾਤਮਾ ਇੱਕ ਹੈ। ਰਜੋ ਤਮੋ ਸਤੋ ਆਦਿਕ ਗੁਣ ਕਰਕੇ ਸਾਰਿਆਂ ਵਿੱਚੋਂ ਵੱਖੋ ਵੱਖਰਾ ਤਾਂ ਜੀਵਾਂ ਵਿੱਚ ਦਿਸਦਾ ਹੈ, ਪਰ ਉਹ ਪਰਮਾਤਮਾ ਇੱਕ ਹੈ। ਉਹ ਪਰਮਾਤਮਾ ਦੋ ਨਹੀਂ ਹੈ, ਉਹ ਫਿਰ ਏਕ ਹੈ, ਫਿਰ ਇੱਕ ਹੈ। ਭੁਜੰਗ ਪ੍ਰਿਆਤ ਛੰਦ। ਭੁਜੰਗ ਸੱਪ ਨੂੰ ਕਹਿੰਦੇ ਨੇ। ਪ੍ਰਿਆਤ ਨਾਮ ਚਾਲਦਾ ਹੈ, ਪ੍ਰਿਆਤ ਨਾਮ ਚਲੇ ਜਾਣ ਦਾ ਵੀ ਹੈ। ਇਹ ਜੋ ਛੰਦ ਦਾ ਨਾਮ ਹੈ ਭੁਜੰਗ ਪ੍ਰਿਆਤ ਛੰਦ, ਇਹ ਸੱਪ ਦੀ ਚਾਲ ਦਾ ਛੰਦ ਹੈ। ਨਮੋ ਸਰਬ ਮਾਨੇ। ਨਮੋ ਸਰਬ ਮਾਨੇ। ਜਿੰਨੇ ਵੀ ਸਾਰੇ ਲੋਕ ਨੇ, ਤਿੰਨੇ ਲੋਕ ਨੇ, ਉਹ ਪਰਮਾਤਮਾ ਨੂੰ ਮੰਨਦੇ ਹਨ। ਨਮੋ ਸਰਬ ਮਾਨੇ। ਸਾਰਿਆਂ ਨੂੰ ਪਰਮਾਤਮਾ ਮਾਨ ਬਖਸ਼ਣ ਵਾਲਾ ਹੈ। ਨਮੋ ਸਰਬ ਮਾਨੇ। ਕੋਈ ਕਾਲਵਾਦੀ ਰੂਪ ਕਰਕੇ ਕਿ ਕਾਲ ਕਰਦਾ ਹੈ, ਇਸ ਤਰ੍ਹਾਂ ਮੰਨਦਾ ਹੈ।
ਕੋਈ ਕਰਮਵਾਦੀ ਕੇ ਕਰਮ ਫਲ ਦਾਤਾ ਕਰਕੇ ਕੋਈ ਮੰਨਦਾ ਹੈ। ਜੋ ਸਰਨ ਆਵੈ ਤਿਸ ਕੰਠ ਲਾਵੈ ਹੈ ਬਿਰਧ ਸੁਆਮੀ ਸੰਦਾ, ਕਿ ਪਰਮਾਤਮਾ ਸਾਨੂੰ ਫਲ ਦਿੰਦਾ ਹੈ। ਪਰਮਾਤਮਾ ਕੀਤੇ ਹੋਏ ਕਰਮਾਂ ਦਾ ਫਲ ਦਿੰਦਾ ਹੈ। ਉਹ ਕਾਲ ਕਰਨ ਵਾਲਾ ਹੈ, ਕੋਈ ਇਸ ਤਰ੍ਹਾਂ ਮੰਨਦਾ ਹੈ। ਨਮੋ ਸਰਬ ਮਾਨੇ, ਸਾਰਿਆਂ ਦੇ ਮਨਾਂ ਵਿੱਚ ਉਹ ਪਰਮਾਤਮਾ ਆਪ ਹੈ। ਮਨ ਮਹਿ ਆਪ ਮਨ ਆਪਣੇ ਮਾਹੇ, ਐਸੇ ਪਰਮਾਤਮਾ ਨੂੰ ਨਮਸਕਾਰ ਹੈ। ਸਮਸਤੀ ਨਿਧਾਨੇ, ਸਮਸਤੀ ਜਿੰਨੇ ਵੀ ਸਾਰੇ ਨਿਧਾਨੇ, ਨਿਧੀਆਂ ਦਾ ਖਜ਼ਾਨਾ ਹੈ। ਨਿਧੀਆਂ ਦਾ ਪਰਮਾਤਮਾ ਘਰ ਹੈ। ਸਮਸਤੀ ਨਿਧਾਨੇ, ਨਿਧਾਨੇ ਦਾ ਅਰਥ ਹੁੰਦਾ ਹੈ ਚਤੁਰ। ਉਹ ਸਾਰਿਆਂ ਤੋਂ ਵੱਡਾ ਚਤੁਰ ਹੈ, ਸਾਰਿਆਂ ਦਾ ਵੀ ਚਤੁਰਾਂ ਦਾ ਚਤੁਰ ਹੈ ਪਰਮਾਤਮਾ। ਸਮਸਤੀ ਨਿਧਾਨੇ, ਸਾਰਿਆਂ ਦਾ ਅੰਤ ਕਰਨ ਵਾਲਾ ਵੀ ਉਹੀ ਹੈ। ਨਮੋ ਦੇਵ ਦੇਵੇ, ਨਮੋ ਦੇਵ ਦੇਵੇ, ਜੋ ਦੇਵਤਿਆਂ ਦਾ ਵੀ ਦੇਵ ਰੂਪ ਹੈ, ਜੋ ਰਾਜਾ ਰੂਪ ਹੈ, ਜੋ ਦੇਵਤਿਆਂ ਦਾ ਵੀ ਪ੍ਰਕਾਸ਼ਕ ਹੈ, ਦੇਵੇ ਪ੍ਰਕਾਸ਼ਕ ਹੈ, ਜੋ ਸਾਰਿਆਂ ਦੇ ਚਿੱਤ ਨੂੰ ਦੇਵੇ ਪ੍ਰਕਾਸ਼ਪਣਾ ਦੇਣ ਵਾਲਾ ਹੈ, ਸਾਰਿਆਂ ਦੇ ਚਿੱਤ ਨੂੰ ਜੋ ਪ੍ਰਕਾਸ਼ਕ ਕਰਦਾ ਹੈ। ਨਮੋ ਦੇਵ ਦੇਵੇ, ਜੋ ਰਾਜਿਆਂ ਦਾ ਰਾਜਾ ਰੂਪ ਹੈ, ਜੋ ਸਾਰਿਆਂ ਨੂੰ ਦਾਨ ਦੇਣ ਵਾਲਾ ਹੈ, ਜੋ ਦੇਵਤਿਆਂ ਨੂੰ ਵੀ ਰੋਜੀ ਦੇਣ ਵਾਲਾ ਹੈ। ਐਸੇ ਪਰਮਾਤਮਾ ਨੂੰ, ਵਿਆਪਕ ਪਰਮਾਤਮਾ ਨੂੰ ਮੇਰੀ ਨਮਸਕਾਰ ਹੈ। ਅਭੇਖੀ ਅਭੇਵੇ, ਉਹ ਭੇਖਾ ਵਿੱਚ ਵੀ ਨਹੀਂ ਆਉਂਦਾ, ਅਭੇਵੇ, ਭੇਦਾਂ ਤੋਂ ਰਹਿਤ ਹੈ। ਉਹ ਪਰਮਾਤਮਾ ਭੇਖਾਂ ਵਿੱਚ ਨਾ ਹੁੰਦਾ ਹੋਇਆ ਵੀ ਸਾਰੇ ਕਿਤੇ ਹੈ। ਅਭੇਵੇ, ਉਸਦਾ ਕੋਈ ਭੇਦ ਨਹੀਂ ਪਾ ਸਕਦਾ, ਤੇਰਾ ਕੋਈ ਕਿਸੇ ਵੀ ਤਰ੍ਹਾਂ ਕਰਕੇ ਭੇਦ ਨਹੀਂ ਪਾ ਸਕਦਾ। ਅਭੇਵੇ, ਸਾਰਿਆਂ ਦਾ ਭੇਦ ਜਾਣਨ ਵਾਲਾ ਪਰਮਾਤਮਾ ਹੈ। ਅਭੇਵੇ, ਤੇਰੇ ਵਿੱਚ ਕੋਈ ਭੇਦ ਨਹੀਂ ਹੈ, ਭਾਵ ਕਿ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਹੈ। ਆਪਣੇ ਬੰਦਿਆਂ ਵਿੱਚ ਤਾਂ ਫਰਕ ਹੁੰਦੇ ਹੈ ਨਾ, ਫਰਕ ਹੁੰਦਾ ਹੈ ਬੰਦਿਆਂ ਵਿੱਚ। ਉਸ ਪਰਮਾਤਮਾ ਵਿੱਚ ਕਿਸੇ ਤਰ੍ਹਾਂ ਦਾ ਕੋਈ ਭੇਦ ਨਹੀਂ ਹੈ, ਬਲਕਿ ਸਾਰਿਆਂ ਦੇ ਭੇਦਾਂ ਨੂੰ ਜਾਣਨ ਵਾਲਾ ਪਰਮਾਤਮਾ ਹੈ। ਨਮੋ ਕਾਲ ਕਾਲੇ, ਕਾਲ ਦਾ ਵੀ ਕਾਲ ਕਰਨ ਵਾਲਾ ਹੈ। ਨਮੋ ਕਾਲ ਕਾਲੇ, ਕਾਲ ਕਹਿੰਦੇ ਨੇ ਸਮੇਂ ਨੂੰ। ਹਰੇਕ ਸਮੇਂ ਵਿੱਚ ਕਾਲੇ ਕਾਲ ਕਰਨ ਵਾਲਾ ਹੈ। ਜਿਹੜਾ ਧਰਮ ਰਾਜਾ ਹੈ, ਸਾਰਿਆਂ ਦਾ ਕਾਲ ਕਰਦਾ ਹੈ, ਉਸਦਾ ਵੀ ਪਰਮਾਤਮਾ ਕਾਲ ਕਰਨ ਵਾਲਾ ਹੈ। ਨਮੋ ਕਾਲ ਕਾਲੇ, ਐਸੇ ਪਰਮਾਤਮਾ ਨੂੰ ਮੇਰੀ ਨਮਸਕਾਰ ਹੈ। ਨਮੋ ਸਰਬ ਪਾਲੇ, ਸਾਰਿਆਂ ਦੀ ਜੋ ਪਾਲਣਾ ਕਰਦਾ ਹੈ, ਅਕ੍ਰਿਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਸਤਬਖਸ਼ਿੰਦ। ਜਿਹੜਾ ਕ੍ਰਿਤ ਘਣਾ ਨੂੰ ਵੀ ਪਾਲਦਾ ਹੈ, ਜੋ ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕੋ ਦੈ ਹੈ। ਜੋ ਸੈਲ ਪੱਥਰ ਮਹਿ ਜੰਤ ਉਪਾਏ, ਤਾਕਾ ਰਿਜਕ ਆਗੈ ਕਰ ਧਰਿਆ। ਐਸੇ ਪਰਮਾਤਮਾ ਨੂੰ ਮੇਰੀ ਨਮਸਕਾਰ ਹੈ। ਨਮੋ ਸਰਬ ਗਾਉਣੇ, ਸਾਰਿਆਂ ਵਿੱਚ ਜੋ ਗਵਨ ਕਰਨ ਵਾਲਾ ਹੈ। ਨਮੋ ਸਰਬ ਗਾਉਣੇ, ਜੋ ਸਾਰਿਆਂ ਦੇ ਗਾਉਣ ਯੋਗ ਹੈ। ਬਾਕੀ ਜਿੰਨੇ ਨੇ, ਤਿੰਨੇ ਦੇਵਤੇ ਨੇ ਜਾਂ ਮਾਇਆ ਹੈ, ਇਹ ਗਾਉਣੀ ਰੂਪ ਹੈ, ਤੁਸੀਂ ਮੁਖੀ ਰੂਪ ਹੋ। ਨਮੋ ਸਰਬ ਭਾਉਣੇ, ਸਾਰਿਆਂ ਦੇ ਘਰਾਂ ਰੂਪ ਵਿੱਚ ਭੈ ਤੋਂ ਰਹਿਤ ਹੈ। ਸਾਰਿਆਂ ਨੂੰ ਭਾਵਣੇ ਯੋਗ ਹੋ। ਆਪ ਜੀ ਸਾਰਿਆਂ ਨੂੰ ਭਾਉਂਦੇ ਹੋ, ਚੰਗੇ ਲੱਗਦੇ ਹੋ। ਨਮੋ ਸਰਬ ਭਾਉਣੇ, ਭਾਉਣੇ ਅਰਥ ਸੰਸਾਰ ਦਾ ਵੀ ਹੈ। ਆਪ ਜੀ ਸੰਸਾਰ ਵਿੱਚ ਵਿਆਪਕ ਰੂਪ ਹੋ। ਆਪ ਜੀ ਨੂੰ ਨਮਸਕਾਰ ਹੈ। ਨਮੋ ਸਰਬ ਭਾਉਣੇ, ਭਾਉਣੇ ਕਹਿੰਦੇ ਨੇ ਹਿਰਦਿਆਂ ਰੂਪੀ ਜੋ ਘਰ ਨੇ, ਉਹਨਾਂ ਵਿੱਚ ਆਪ ਜੀ ਭਾਉਣੇ ਯੋਗ ਹੋ, ਭਾਵ ਕਿ ਉਹਨਾਂ ਵਿੱਚ ਭਾਉਂਦੇ ਹੋ। ਆਪ ਜੀ ਨੂੰ ਮੇਰੀ ਨਮਸਕਾਰ ਹੈ। ਅਨੰਗੀ ਅਨਾਥੇ, ਅਨੰਗੀ ਅਨਾਥੇ, ਅਨੰਗੀ ਕਹਿੰਦੇ ਨੇ ਸੁੰਦਰ ਨੂੰ। ਆਪ ਜੀ ਸੁੰਦਰ ਸਰੂਪ ਹੋ। ਅਨ ਅੰਗੀ, ਆਪ ਜੀ ਅੰਗਾਂ ਤੋਂ ਰਹਿਤ ਹੋ। ਆਪ ਜੀ ਦਾ ਕੋਈ ਅੰਗ ਨਹੀਂ ਹੈ। ਨਮੋ ਸਰਬ ਭਾਉਣੇ, ਆਪ ਜੀ ਸਾਰਿਆਂ ਦਾ ਅਧਿਸ਼ਠਾਨ ਰੂਪ ਹੋ, ਆਸਰਾ ਰੂਪ ਹੋ।
ਐਸਾ ਪਰਮਾਤਮਾ ਜੋ ਅਨੰਗੀ, ਜੋ ਸੁੰਦਰ ਸਰੂਪ ਹੈ, ਜਿਸ ਦਾ ਕੋਈ ਅੰਗ ਨਹੀਂ ਹੈ, ਅਨਅੰਗੀ, ਜੋ ਅੰਗ ਤੋਂ ਰਹਿਤ ਹੈ, ਐਸੇ ਪਰਮਾਤਮਾ ਨੂੰ ਮੇਰੀ ਨਮਸਕਾਰ ਹੈ। ਨਿਰਸੰਗੀ ਪਰਮਾਥੇ। ਅਨੰਗੀ ਅਨਾਥੇ। ਨਾਥ ਕਹਿੰਦੇ ਨੇ ਮਾਲਕ ਨੂੰ। ਪਰਮਾਤਮਾ ਦਾ ਕੋਈ ਮਾਲਕ ਨਹੀਂ ਹੈ। ਆਪਣੇ ਤਾਂ ਮਾਲਕ ਹੁੰਦੇ ਨੇ ਨਾ, ਜਿਵੇਂ ਘਰ ਵਿੱਚ ਕੋਈ ਵੱਡਾ ਕਹਿੰਦੇ ਬਜ਼ੁਰਗ ਸਾਡਾ ਮਾਲਕ ਹੈ, ਜਾਂ ਕੋਈ ਨੌਕਰੀ ਕਰਦਾ ਹੈ, ਇਹ ਸਾਡਾ ਜੀ ਮਾਲਕ ਹੈ। ਪਰ ਪਰਮਾਤਮਾ ਦਾ ਕੋਈ ਮਾਲਕ ਨਹੀਂ ਹੈ। ਉਹ ਆਪ ਸਾਰਿਆਂ ਦਾ ਮਾਲਕ ਹੈ, ਆਪ ਸਾਰਿਆਂ ਦਾ ਪਰਮੇਸ਼ਰ ਹੈ। ਅਨਾਥੇ। ਪਰਮਾਤਮਾ ਯਤੀਮ ਨਹੀਂ ਹੈ, ਬਲਕਿ ਸਾਰਿਆਂ ਨੂੰ ਆਸਰਾ ਦੇਣ ਵਾਲਾ ਪਰਮਾਤਮਾ ਆਪ ਹੈ। ਸਾਰਿਆਂ ਦਾ ਨਾਥ ਉਹ ਪਰਮਾਤਮਾ ਆਪ ਹੈ। ਇਹ ਤਾਂ ਆਪਾਂ ਇੱਦਾਂ ਨਹੀਂ ਕਹਿ ਸਕਦੇ ਕਿ ਪਰਮਾਤਮਾ ਦਾ ਕੋਈ ਮਾਤਾ ਪਿਤਾ ਨਹੀਂ ਹੈ, ਵੀ ਪਰਮਾਤਮਾ ਉਹ ਮਾਲਕ ਯਤੀਮ ਹੋ ਗਿਆ। ਜੋ ਯਤੀਮ ਨਹੀਂ ਹੈ, ਸਾਰਿਆਂ ਦਾ ਮਾਲਕ ਹੈ। ਐਸੇ ਪਰਮਾਤਮਾ ਨੂੰ ਨਮਸਕਾਰ ਹੈ। ਨਿਰਸੰਗੀ ਪਰਮਾਥੇ। ਨਿਰਸੰਗੀ। ਉਹ ਸੰਗੀ ਸਾਥੀਆਂ ਤੋਂ ਰਹਿਤ ਹੈ, ਉਸਦੇ ਕੋਈ ਰਿਸ਼ਤੇਦਾਰੀ ਨਹੀਂ ਹੈ। ਆਪਣੇ ਤਾਂ ਤਾਏ ਚਾਚੇ ਮਾਮੇ ਮਾਮੀਆਂ ਫੁੱਫੜ ਆਦਿਕ ਹੁੰਦੇ ਨੇ, ਪਰ ਪਰਮਾਤਮਾ ਦਾ ਕੋਈ ਸੰਗੀ ਸਾਥੀ ਨਹੀਂ ਹੈ। ਨਿਰਸੰਗੀ। ਉਹ ਜੋ ਸੰਗ ਆਦਿਕ ਦੋਸ਼ ਨੇ, ਇਹਨਾਂ ਤੋਂ ਵੀ ਪਰਮਾਤਮਾ ਰਹਿਤ ਹੈ। ਜਿਵੇਂ ਕਿਸੇ ਦਾ ਸੰਗ ਕਰਨਾ। ਪਰਮਾਥੇ। ਪਰ ਵਿਸ਼ੇਸ਼ ਕਰਕੇ ਮਾਥੇ ਸਾਰਿਆਂ ਨੂੰ ਮਲਣ ਵਾਲਾ ਹੈ। ਪਰ ਦਾ ਅਰਥ ਹੈ ਪਰੇ ਹੈ, ਮਾਂ ਦਾ ਅਰਥ ਹੈ ਮਾਇਆ, ਥੇ ਦਾ ਅਰਥ ਹੈ ਤੋਂ। ਜੋ ਪਰਮਾਤਮਾ ਹੈ ਉਹ ਮਾਇਆ ਤੋਂ ਪਰੇ ਹੈ। ਨਮੋ ਭਾਨ ਭਾਨੇ। ਨਮੋ ਭਾਨ ਭਾਨੇ। ਜਿਹੜਾ ਸੂਰਜਾਂ ਦਾ ਵੀ ਸੂਰਜ ਹੈ, ਭਾਵ ਕਿ ਸੂਰਜ ਨੂੰ ਵੀ ਭਾਨੇ ਪ੍ਰਕਾਸ਼ਮਾਨ ਕਰਨ ਵਾਲਾ ਹੈ। ਜਿਹੜਾ ਸੂਰਜ ਪ੍ਰਕਾਸ਼ ਦਿੰਦਾ ਹੈ, ਉਸ ਨੂੰ ਵੀ ਭੰਨਣ ਵਾਲਾ ਪਰਮਾਤਮਾ ਹੈ। ਪਰਮਾਤਮਾ ਸਾਰਿਆਂ ਨੂੰ ਭੰਨਣ ਵਾਲਾ ਹੈ। ਨਮੋ ਭਾਨ ਭਾਨੇ। ਜਿਹੜਾ ਉਸ ਦਾ ਭਾਣਾ ਮੰਨਦਾ ਹੈ, ਉਸ ਨੂੰ ਫਿਰ ਪਰਮਾਤਮਾ ਭਾਨੇ ਭਾਉਂਦਾ ਹੈ, ਚੰਗਾ ਲੱਗਦਾ ਹੈ। ਨਮੋ ਮਾਨ ਮਾਨੇ। ਨਮੋ ਮਾਨ ਮਾਨੇ। ਸਾਰਿਆਂ ਦੇ ਮੰਨਣ ਯੋਗ ਹੈ, ਸਾਰੇ ਉਸ ਨੂੰ ਮੰਨਦੇ ਨੇ। ਤੂੰ ਮਾਨੀਆਂ ਵਿੱਚ ਮਾਨ ਨੀਕ ਹੈ। ਤੂੰ ਸਾਰਿਆਂ ਦੇ ਮਨਾਂ ਵਿੱਚ ਮਨ ਰੂਪ ਹੋ ਕੇ ਹੈ। ਸਾਰੇ ਤੈਨੂੰ ਮੰਨਦੇ ਨੇ, ਤੂੰ ਮੰਨਣ ਯੋਗ ਹੈ, ਤੈਨੂੰ ਨਮਸਕਾਰ ਹੈ। ਨਮੋ ਚੰਦਰ ਚੰਦਰੇ। ਨਮੋ ਚੰਦਰ ਚੰਦਰੇ। ਜੋ ਚੰਦਰ ਦਾ ਵੀ ਚੰਦਰੇ, ਜੋ ਚੰਦ ਦਾ ਵੀ ਪ੍ਰਕਾਸ਼ਮਾਨ ਹੈ, ਜਿਸ ਤੋਂ ਚੰਦਰਮਾ ਵੀ ਪ੍ਰਕਾਸ਼ ਲੈਂਦਾ ਹੈ, ਐਸੇ ਪਰਮਾਤਮਾ ਨੂੰ ਨਮਸਕਾਰ ਹੈ। ਜੋ ਵਿਰਾਗ ਰੂਪੀ ਚੰਦਰਮਾ ਨੂੰ ਪ੍ਰਕਾਸ਼ ਕਰਨ ਵਾਲਾ ਹੈ, ਐਸੇ ਪਰਮਾਤਮਾ ਨੂੰ ਨਮਸਕਾਰ ਹੈ। ਜੋ ਚੰਦਰ ਆਦਿ ਵਿੱਚ ਵੀ ਚੰਦਰ ਰੂਪ ਹੋ ਕੇ ਵਸ ਰਿਹਾ ਹੈ। ਨਮੋ ਭਾਨ ਭਾਨੇ। ਭਾਨ ਦਾ ਅਰਥ ਹੁੰਦਾ ਹੈ ਕਥਨ ਕਰਨਾ। ਪਰਮਾਤਮਾ ਕਥਨ ਕਰਨ ਤੋਂ ਰਹਿਤ ਹੈ, ਉਸ ਨੂੰ ਕੋਈ ਕਥਨ ਨਹੀਂ ਕਰ ਸਕਦਾ। ਐਸੇ ਪਰਮਾਤਮਾ ਨੂੰ ਮੇਰੀ ਨਮਸਕਾਰ ਹੈ। ਨਮੋ ਗੀਤ ਗੀਤੇ। ਉਹ ਪਰਮਾਤਮਾ ਨਮੋ ਭਾਨ ਭਾਨੇ, ਕਥਨ ਕਰਨ ਤੋਂ ਰਹਿਤ ਵੀ ਹੈ, ਅਤੇ ਜਿੰਨੇ ਵੀ ਉਸ ਨੂੰ ਕਥਨ ਕਰਦੇ ਨੇ ਨਾ, ਉਹ ਕਥਨ ਕਰਨ ਵਾਲਿਆਂ ਵਿੱਚ ਵੀ ਆਪ ਕਥਨ ਰੂਪ ਹੋ ਕੇ ਵਸ ਰਿਹਾ ਹੈ। ਫਿਰ ਸਾਰਿਆਂ ਨੂੰ ਪ੍ਰਤੀਤ ਵੀ ਹੋ ਜਾਂਦਾ ਹੈ। ਕਥਨ ਕਰਨ ਤੋਂ ਰਹਿਤ ਵੀ ਹੈ ਅਤੇ ਕਥਨ ਰੂਪ ਹੋ ਕੇ ਸਾਰਿਆਂ ਵਿੱਚ ਪ੍ਰਤੀਤ ਵੀ ਹੁੰਦਾ ਹੈ। ਨਮੋ ਗੀਤ ਗੀਤੇ। ਨਮੋ ਗੀਤ ਗੀਤੇ। ਗੀਤਾਂ ਵਿੱਚ ਵੀ ਪਰਮਾਤਮਾ ਆਪ ਗੀਤੇ ਰੂਪ ਹੋ ਕੇ ਆਇਆ ਹੋਇਆ ਹੈ। ਜਿਹੜੇ ਗੀਤਾਂ ਵਿੱਚ ਬਚਨ ਨੇ ਉਹ ਪਰਮਾਤਮਾ ਦੇ ਨੇ, ਭਾਵ ਕਿ ਨਮੋ ਗੀਤ ਗੀਤੇ। ਕੀਤੇ ਗੀਤਾਂ ਵਿੱਚ ਆਪ ਜੀ ਗਵਈਆ ਰੂਪ ਹੋ। ਗੀਤੇ
ਕਿਸੇ ਆਪ ਜੀ ਗਿਆਤਾ, ਗਾਉਣ ਵਾਲਿਆਂ ਵਿੱਚ ਗਿਆਤਾ ਰੂਪ ਹੋ। ਜਿਵੇਂ ਕੀਰਤਨ ਆਪਾਂ ਗਾਉਂਦੇ ਨੇ ਨਾ, ਕੋਈ ਹਰੀ ਜਸ ਗਾਉਂਦਾ ਹੈ, ਉਸ ਵਿੱਚ ਵੀ ਪਰਮਾਤਮਾ ਆਪ ਗਿਆਤਾ ਰੂਪ ਹੋ। ਨਮੋ ਗੀਤ ਗੀਤੇ, ਆਪ ਜੀ ਨੂੰ ਮੇਰੀ ਨਮਸਕਾਰ ਹੈ। ਜਿਹੜੇ ਗਾਉਂਦੇ ਨੇ, ਗਾਉਣ ਵਾਲਿਆਂ ਦੇ ਬਚਨ ਨੇ, ਜਿਹੜੇ ਮੁੱਖੋਂ ਬਚਨ ਕੱਢਦੇ ਨੇ, ਸ਼ਬਦ ਕੱਢਦੇ ਨੇ ਆਪ ਜੀ ਉਸਤਤੀ ਵਿੱਚ, ਉਹਦੇ ਵਿੱਚ ਵੀ ਆਪ ਹੋ। ਕਿਉਂਕਿ ਜੇ ਆਪ ਜੀ ਚੇਤਨ ਸੱਤਾ ਖਿੱਚ ਲਵੋ ਤਾਂ ਕਿਵੇਂ ਕੋਈ ਕੀਰਤਨ ਕਰ ਸਕਦਾ ਹੈ। ਜੇ ਆਪ ਜੀ ਆਪਣੀ ਚੇਤਨ ਸੱਤਾ ਖਿੱਚ ਲਵੋ ਤਾਂ ਕਿਵੇਂ ਕੋਈ ਕਥਾ ਕਰ ਸਕਦਾ ਹੈ, ਕਿਵੇਂ ਕੋਈ ਬਾਣੀ ਪੜ੍ਹ ਸਕਦਾ ਹੈ। ਆਪ ਜੀ ਇਹਨਾਂ ਵਿੱਚ ਆਪ ਹੋ, ਆਪ ਸਭ ਕੁਝ ਕਰਵਾਈ ਜਾਂਦੇ ਹੋ। ਆਪ ਜਸਵਾਨਾਂ ਵਿੱਚ ਜਸਵਾਨ ਹੋ ਕੇ ਵਰਤ ਰਹੇ ਹੋ। ਜਿਹੜਾ ਤੇਰਾ ਜਸ ਗਾਉਂਦਾ ਹੈ ਉਹਦੇ ਵਿੱਚ ਵੀ ਆਪ ਵਰਤ ਕੇ ਜਸ ਗਵਾ ਰਹੇ ਹੋ। ਨਮੋ ਤਾਨ ਤਾਨੇ, ਨਮੋ ਤਾਨ ਤਾਨੇ, ਤਾਨ ਕਹਿੰਦੇ ਨੇ ਸਰੀਰ ਨੂੰ। ਆਪਾਂ ਜਪਜੀ ਸਾਹਿਬ ਵਿੱਚ ਪੜ੍ਹਦੇ ਹਨ, ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਕਿ ਪਰਮਾਤਮਾ ਨੂੰ ਉਹੀ ਗਾ ਸਕਦਾ ਹੈ ਜਿਸ ਵਿੱਚ ਇੰਨਾ ਬਲ ਹੋਵੇ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਜੇ ਪਰਮਾਤਮਾ ਕਿਸੇ ਨੂੰ ਗਾਉਣ ਦਾ, ਹਰੀ ਜਸ ਕਰਨ ਦਾ ਬਲ ਦੇਵੇ ਤਾਂ ਉਹੀ ਪਰਮਾਤਮਾ ਦੇ ਜਸ ਨੂੰ ਗਾ ਸਕਦਾ ਹੈ। ਨਮੋ ਤਾਨ ਤਾਨੇ, ਜਿਹੜਾ ਸਾਰੇ ਸਰੀਰਾਂ ਵਿੱਚ ਬਲ ਰੂਪ ਹੈ, ਜਿਹੜਾ ਸਾਰੇ ਸਰੀਰਾਂ ਨੂੰ ਤਾਨਣ ਵਾਲਾ ਹੈ। ਜਿੰਨਾ ਵੀ ਬਲ ਹੈ, ਵੱਡੇ ਵੱਡੇ ਯੋਧਿਆਂ ਨੂੰ ਜਿੰਨਾ ਵੀ ਬਲ ਦਿੱਤਾ ਹੈ, ਉਹਨਾਂ ਵਿੱਚ ਬਲ ਰੂਪ ਪਰਮਾਤਮਾ ਆਪ ਹੈ। ਕਿਉਂਕਿ ਜੋ ਸਰੀਰਕ ਬਲ ਹੈ ਜਾਂ ਮਾਨਸਿਕ ਬਲ ਹੈ, ਇਹ ਦੇਣ ਵਾਲਾ ਪਰਮਾਤਮਾ ਹੀ ਹੈ। ਜਿਵੇਂ ਖੜਕ ਸਿੰਘ ਹੋਇਆ ਨਾ, ਕ੍ਰਿਸ਼ਨ ਨੇ ਕਈ ਵਾਰ ਖੜਕ ਸਿੰਘ ਨਾਲ ਜੰਗ ਕੀਤੀ, ਪਰ ਹਰ ਵਾਰ ਹਾਰਦਾ ਰਿਹਾ। ਖੜਕ ਸਿੰਘ ਜਿੱਤਦਾ ਰਿਹਾ ਅਤੇ ਖੜਕ ਸਿੰਘ ਕ੍ਰਿਸ਼ਨ ਜੀ ਨੂੰ ਕੇਸਾਂ ਤੋਂ ਪਕੜ ਲੈਂਦਾ ਸੀ ਅਤੇ ਇਹ ਕਹਿ ਕੇ ਛੱਡ ਦਿੰਦਾ ਸੀ ਕਿ ਤੂੰ ਮੈਨੂੰ ਬੜਾ ਸੁੰਦਰ ਸਰੂਪ ਵਾਲਾ ਸੋਹਣਾ ਲੱਗਦਾ ਹੈ, ਤਾਂ ਤੈਨੂੰ ਛੱਡ ਦਿੰਦਾ ਹਾਂ। ਤਾਂ ਕ੍ਰਿਸ਼ਨ ਜੀ ਦੀ ਜਦੋਂ ਵਾਹ ਪੇਸ਼ ਨਾ ਚੱਲੀ ਤਾਂ ਵਿਸ਼ਨੂੰ ਜੀ ਨੂੰ ਬੇਨਤੀ ਕੀਤੀ ਕਿ ਖੜਗ ਸਿੰਘ ਨੂੰ ਮਾਰੋ, ਮੈਥੋਂ ਤਾਂ ਮਰਦਾ ਨਹੀਂ, ਮੈਥੋਂ ਤਾਂ ਤਕੜਾ ਹੈ। ਤਾਂ ਵਿਸ਼ਨੂੰ ਨੇ ਬ੍ਰਾਹਮਣ ਦਾ ਰੂਪ ਧਾਰ ਕੇ ਜਦੋਂ ਖੜਗ ਸਿੰਘ ਦੇ ਘਰ ਗਿਆ ਤਾਂ ਮੰਗਤੇ ਰੂਪ ਵਿੱਚ ਇਸ ਦਾ ਧਨਖ ਅਤੇ ਮੋਢੇ 'ਤੇ ਜੋ ਤਬੀਤ ਬੰਨਿਆ ਸੀ ਉਹ ਮੰਗਿਆ, ਕਿਉਂਕਿ ਇਹਦੇ ਤਬੀਤ ਅਤੇ ਧਨਖ ਵਿੱਚ ਸ਼ਕਤੀ ਸੀ। ਹੁਣ ਖੜਗ ਸਿੰਘ ਨੇ ਤਾਂ ਪਛਾਣ ਲਿਆ। ਉਹ ਮਨ ਵਿੱਚ ਉਸਨੇ ਕਿਹਾ, ਕਦੇ ਤੁਸੀਂ ਮੈਨੂੰ ਵਿਸ਼ਨੂੰ ਜੀ ਭਗਵਾਨ ਲੱਗਦੇ ਹੋ, ਤੁਸੀਂ ਮੈਨੂੰ ਬ੍ਰਾਹਮਣ ਤਾਂ ਲੱਗਦੇ ਨਹੀਂ। ਪਰ ਉਹਨੇ ਮਨ ਵਿੱਚ ਸੋਚਿਆ, ਕਦੇ ਹੇ ਮਨਾ, ਕਦੇ ਇੱਕ ਦਿਨ ਤਾਂ ਮਰ ਹੀ ਜਾਣਾ ਹੈ। ਜੇ ਪਰਮਾਤਮਾ ਤੇਰੇ ਦਰ 'ਤੇ ਬ੍ਰਾਹਮਣ ਦਾ ਰੂਪ ਹੋ ਕੇ ਕੁਛ ਮੰਗ ਰਿਹਾ ਹੈ ਤਾਂ ਦੇ ਦੇ ਜੋ ਮੰਗਦਾ ਹੈ, ਖਾਲੀ ਨਾ ਮੋੜੀ। ਤਾਂ ਮੋਢੇ ਤੋਂ ਧਨਖ ਲਾ ਕੇ ਆਪਣਾ ਤਬੀਤ ਖੋਲ੍ਹ ਕੇ ਉਹ ਵਿਸ਼ਨੂੰ ਜੀ ਨੂੰ ਦੇ ਦਿੱਤਾ। ਤਾਂ ਜਦੋਂ ਨਿਰਬਲ ਹੋਏ ਦੇਖਿਆ ਕਿ ਹੁਣ ਸ਼ਕਤੀਹੀਨ ਹੈ, ਤਾਂ ਕ੍ਰਿਸ਼ਨ ਜੀ ਨੇ ਫਿਰ ਜੰਗ ਕੀਤਾ। ਕ੍ਰਿਸ਼ਨ ਜੀ ਫਿਰ ਖੜਗ ਸਿੰਘ ਤੋਂ ਹਾਰ ਗਏ। ਐਸਾ ਯੋਧਾ ਖੜਗ ਸਿੰਘ ਹੋਇਆ। ਫਿਰ ਨਾਰਦ ਨੇ ਖੜਗ ਸਿੰਘ ਨੂੰ ਭਗਤੀ ਦੀ ਗੱਲਾਂ ਵਿੱਚ ਪ੍ਰੇਰਿਆ। ਭਗਤੀ ਦੀ ਗੱਲਾਂ ਵਿੱਚ ਪ੍ਰੇਰਿਆ ਅਤੇ ਕ੍ਰਿਸ਼ਨ ਨੇ ਧੋਖੇ ਨਾਲ ਪਿੱਛੋਂ ਸਿਰ ਲਾ ਦਿੱਤਾ ਅਤੇ ਜਕਾਰੇ ਛੱਡਣ ਲੱਗੇ, ਕ੍ਰਿਸ਼ਨ ਭਗਵਾਨ ਦੀ ਜੈ, ਕ੍ਰਿਸ਼ਨ ਭਗਵਾਨ ਦੀ ਜੈ। ਖੜਗ ਸਿੰਘ ਨੇ ਆਪਣਾ ਸਿਰ ਕ੍ਰਿਸ਼ਨ ਜੀ ਦੀ ਛਾਤੀ ਵਿੱਚ ਮਾਰਿਆ। ਕਹਿੰਦਾ, ਧੋਖੇ ਨਾਲ ਮੈਨੂੰ ਮਾਰ ਕੇ ਕਹਿੰਦਾ ਹੈ ਆਪਣੀ ਜੈ ਕਹਾਉਂਦਾ ਹੈ, ਕਹੋ ਪਰਮੇਸ਼ਰ ਕੀ ਜੈ। ਐਸੇ ਐਸੇ ਯੋਧੇ ਜਿਨ੍ਹਾਂ ਨੇ ਪਰਮੇਸ਼ਰ ਤੋਂ ਬਲ ਲਿਆ ਹੈ, ਜਿਨ੍ਹਾਂ ਨੇ ਪਰਮੇਸ਼ਰ ਤੋਂ ਤਾਣ ਲਿਆ ਹੈ, ਐਸੇ ਐਸੇ ਯੋਧੇ। ਨਮੋ ਤਾਨ ਤਾਨੇ,
ਜਿਹੜਾ ਸਾਰਿਆਂ ਵਿੱਚ ਬਲ ਰੂਪ ਹੋ ਕੇ ਵੀ ਆਪ ਵਰਤ ਰਿਹਾ ਹੈ। ਜਿਵੇਂ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਵਿੱਚ ਇੱਕ ਸਿੰਘ ਹੁੰਦਾ ਸੀ ਜਿਹਨੂੰ ਪੰਜ ਹੱਥਾ ਸਿੰਘ ਕਹਿੰਦੇ ਸਨ। ਉਹ ਸਿੰਘ ਇੱਕ ਇੱਕ ਵਾਰੀ ਵਿੱਚ ਪੰਜ ਜਣਿਆਂ ਦੇ ਸ਼ਾਸਤਰ ਵੈਰੀਆਂ ਦੇ ਖੋਹ ਲੈਂਦਾ ਸੀ। ਉਹਨਾਂ ਨੂੰ ਉਹ ਮਾਰ ਦਿੰਦਾ ਸੀ ਵੈਰੀਆਂ ਨੂੰ। ਐਸੇ ਤਕੜੇ ਜਿਹੜੇ ਯੋਧੇ ਹੋਏ ਨੇ ਬਾਬਾ ਬਿਧੀ ਚੰਦ ਵਰਗੇ, ਜਿਨ੍ਹਾਂ ਵਿੱਚ ਬਲ ਰੂਪ ਹੋ ਕੇ ਆਪ ਵਰਤਿਆ ਪਰਮੇਸ਼ਰ। ਸਤਿਗੁਰੂ ਜੀ ਆਪ ਬਲ ਰੂਪ ਹੋ ਕੇ ਵਰਤੇ। ਕਿਵੇਂ ਕਿਲੇ ਦੇ ਕੰਧਾਂ ਤੋਂ ਦੀਵਾਰਾਂ ਤੋਂ ਛਾਲ ਮਰਾ ਕੇ ਘੋੜੇ ਲਿਆਂਦੇ। ਨਮੋ ਤਾਨ ਤਾਨੇ, ਜਿਹੜਾ ਸਾਰਿਆਂ ਵਿੱਚ ਬਲ ਰੂਪ ਹੋ ਕੇ ਪਰਮਾਤਮਾ ਆਪ ਵਰਤ ਰਿਹਾ ਹੈ। ਐਸੇ ਪਰਮਾਤਮਾ ਨੂੰ ਮੇਰੀ ਨਮਸਕਾਰ ਹੈ। ਨਮੋ ਨਿਰਤ ਨਿਰਤੇ, ਉਹ ਨਿਰਤਕਾਰੀਆਂ ਵਿੱਚ ਵੀ ਨਿਰਤਕਾਰ ਹੋ ਕੇ ਵਰਤ ਰਿਹਾ ਹੈ, ਨਿਰਤਕਾਰ ਰੂਪ ਹੈ। ਨਮੋ ਨਿਰਤ ਨਿਰਤੇ, ਉਹ ਨਿਰਣੇ ਕਰਨ ਵਾਲਿਆਂ ਵਿੱਚ ਵੀ ਨਿਰਣਾ ਰੂਪ ਹੋ ਕੇ ਵਰਤ ਰਿਹਾ ਹੈ। ਜੇ ਆਪਾਂ ਕੋਈ ਨਿਰਣਾ ਕਰੀਏ, ਆਪਣੀ ਕੀ ਮਜਾਲ ਕਿ ਆਪਾਂ ਕੋਈ ਨਿਰਣਾ ਕਰ ਸਕੀਏ। ਉਹ ਨਿਰਣੇ ਕਰਨ ਵਾਲਿਆਂ ਵਿੱਚ ਵੀ ਨਿਰਣਾ ਰੂਪ ਹੈ। ਨਮੋ ਨਿਰਤ ਨਿਰਤੇ, ਜੋ ਅੰਤ ਹੈ ਕਰਨ ਹੈ, ਜੋ ਇੰਦਰੀਆਂ ਨੇ, ਇੰਦਰੀਆਂ ਦੀ ਆਪਣਾ ਜੋ ਅੰਤਸ਼ਕਰਨ ਹੈ, ਇਸ ਦੀ ਚੇਸ਼ਟਾ ਕਹਿੰਦੇ ਨੇ ਕਿਰਿਆ ਨੂੰ। ਇਸ ਦੀ ਕਿਰਿਆ ਕਰਾਉਣ ਵਾਲਾ ਵੀ ਉਹ ਆਪ ਨਿਯੰਤਾ ਰੂਪ ਹੈ। ਨਿਯੰਤਾ ਕਹਿੰਦੇ ਨੇ ਪ੍ਰੇਰਕ ਨੂੰ। ਜੋ ਆਪਣੀ ਇੰਦਰੀਆਂ, ਜੋ ਆਪਣੇ ਹੱਥ ਕਿਰਿਆ ਕਰਦੇ ਨੇ, ਇਹਨਾਂ ਨੂੰ ਵੀ ਕਰਾਉਣ ਵਾਲਾ ਉਹ ਪਰਮਾਤਮਾ ਨਿਯੰਤਾ ਰੂਪ ਹੈ, ਭਾਵ ਕਿ ਪ੍ਰੇਰਕ ਰੂਪ ਹੈ। ਐਸੇ ਪਰਮਾਤਮਾ ਨੂੰ ਮੇਰੀ ਨਮਸਕਾਰ ਹੈ, ਜਿਹੜਾ ਸਾਰਿਆਂ ਦਾ ਨਿਰਣਾ ਕਰਾਉਣ ਵਾਲਾ ਵੀ ਹੈ, ਜੋ ਸਾਰਿਆਂ ਦੀ ਕਿਰਿਆ ਕਰਾਉਣ ਵਾਲਾ ਵੀ ਹੈ। ਐਸੇ ਪਰਮਾਤਮਾ ਨੂੰ ਮੇਰੀ ਨਮਸਕਾਰ ਹੈ। ਨਮੋ ਨਾਦ ਨਾਦੇ, ਨਾਦ ਕਹਿੰਦੇ ਨੇ ਸ਼ਬਦ ਨੂੰ। ਸਾਰੇ ਸ਼ਬਦਾਂ ਵਿੱਚ ਵੀ ਆਪ ਸ਼ਬਦ ਰੂਪ ਹੋ। ਨਮੋ ਨਾਦ ਨਾਦੇ, ਨਾਦੇ ਨਾ ਆਦ, ਜਿਹਦਾ ਕੋਈ ਆਦ ਨਹੀਂ ਹੈ, ਜਿਹਦਾ ਕੋਈ ਆਪਾਂ ਜਨਮ ਨਹੀਂ ਦੱਸ ਸਕਦੇ ਕਿ ਕਦੋਂ ਜੰਮਿਆ ਹੈ। ਉਹ ਬ੍ਰਹਮ ਅਨਾਦਿ ਸਰੂਪ ਹੈ, ਉਹ ਆਦਿ ਤੋਂ ਰਹਿਤ ਹੈ। ਐਸੇ ਪਰਮਾਤਮਾ ਨੂੰ ਮੇਰੀ ਨਮਸਕਾਰ ਹੈ। ਨਮੋ ਨਾਦ ਨਾਦੇ, ਜੋ ਆਦਿ ਸਰੂਪ ਜੋ ਪਰਮਾਤਮਾ ਹੈ, ਜੋ ਉਪਦੇਸ਼ ਸਭ ਨੂੰ ਦੇਣ ਵਾਲਾ ਹੈ, ਉਪਦੇਸ਼ਾਂ ਵਿੱਚ ਵੀ ਉਪਦੇਸ਼ ਰੂਪ ਹੋ ਕੇ ਵਰਤ ਰਿਹਾ ਹੈ। ਐਸੇ ਪਰਮਾਤਮਾ ਨੂੰ, ਆਦਿ ਪਰਮਾਤਮਾ ਨੂੰ ਨਮਸਕਾਰ ਹੈ। ਨਮੋ ਪਾਨ ਪਾਨੇ, ਉਹ ਪਾਉਣ ਵਿੱਚ ਵੀ ਪਾਉਣ ਰੂਪ ਹੈ, ਉਹ ਪਾਣੀ ਵਿੱਚ ਵੀ ਪਾਣੀ ਰੂਪ ਹੈ। ਪਾਨ, ਉਹ ਅੰਮ੍ਰਿਤ ਵਿੱਚ ਵੀ ਅੰਮ੍ਰਿਤ ਰੂਪ ਹੈ। ਉਹ ਹੱਥਾਂ ਵਿੱਚ ਵੀ, ਜੋ ਹੱਥ ਕਿਰਿਆ ਕਰਦੇ ਨੇ, ਹੱਥ ਰੂਪ ਹੈ। ਐਸੇ ਪਰਮਾਤਮਾ ਨੂੰ ਨਮਸਕਾਰ ਹੈ। ਨਮੋ ਬਾਦ ਬਾਦੇ, ਨਮੋ ਬਾਦ ਬਾਦੇ, ਬਾਦ ਝਗੜੇ ਨੂੰ ਵੀ ਕਹਿੰਦੇ ਨੇ। ਉਹ ਝਗੜਿਆਂ ਵਿੱਚ ਝਗੜਾ ਰੂਪ ਹੈ। ਨਮੋ ਬਾਦ ਬਾਦੇ, ਐਸੇ ਪਰਮਾਤਮਾ ਨੂੰ ਮੇਰੀ ਨਮਸਕਾਰ ਹੈ। ਨਮੋ ਪਾਨ ਪਾਨੇ, ਜੋ ਹੱਥਾਂ ਦੀ ਕਿਰਿਆ ਕਰਾਉਣ ਵਾਲਾ ਜੋ ਪਰਮਾਤਮਾ ਹੈ, ਉਸ ਨੂੰ ਮੇਰੀ ਨਮਸਕਾਰ ਹੈ। ਜੋ ਪਾਉਣ ਵਿੱਚ ਪਾਉਣ ਰੂਪ ਹੈ। ਹੁਣ ਹਵਾ ਹੈ, ਭੈ ਵਿੱਚ ਪਵਨ ਵਹੈ ਸਦਵਾਓ, ਭੈ ਵਿੱਚ ਚੱਲਹਿ ਲਖ ਦਰਿਆਓ। ਹੁਣ ਜੇ ਹਵਾ ਵਿੱਚ ਪਰਮਾਤਮਾ ਹੈ, ਹਵਾ ਨੂੰ ਚਲਾ ਰਿਹਾ ਹੈ, ਤਾਂ ਹਵਾ ਭੈ ਵਿੱਚ ਹੈ। ਜੇ ਪਰਮਾਤਮਾ ਹਵਾ ਤੋਂ ਬਾਹਰ ਹੋ ਜਾਵੇ ਤਾਂ ਹਵਾ ਵੀ ਆਪਣੇ ਵੱਸੋਂ ਬਾਹਰ ਹੋ ਜਾਂਦੀ ਹੈ। ਫਿਰ ਹਨੇਰੀਆਂ ਝੱਖੜ ਵੀ ਆਉਂਦੇ ਨੇ। ਹਵਾ ਸਭ ਕੁਛ ਤਬਾਹ ਵੀ ਕਰ ਦਿੰਦੀ ਹੈ। ਉਹ ਪਾਉਣ ਵਿੱਚ ਪਾਉਣ ਰੂਪ ਹੈ। ਉਹ ਹੱਥਾਂ ਦੀ ਕਿਰਿਆ ਕਰਾਉਣ ਵਾਲਾ ਹੈ।
ਆਪਣੇ ਵਿੱਚ ਜੇ ਪਰਮਾਤਮਾ ਨੇ ਚੇਤਨ ਸੱਤਾ ਪਾਈ ਹੈ ਤਾਂ ਆਪਣੇ ਹੱਥ ਕਿਰਿਆ ਕਰਦੇ ਨੇ। ਆਪਾਂ ਇੱਦਾਂ ਦੇ ਵੀ ਕੇਸ ਦੇਖਦੇ ਹਾਂ, ਕਿਸੇ ਨੂੰ ਅਧਰੰਗ ਹੋ ਜਾਂਦਾ ਹੈ, ਕਿਸੇ ਦੇ ਹੱਥ ਕੱਟੇ ਜਾਂਦੇ ਨੇ। ਫਿਰ ਉਹ ਕਿਵੇਂ ਆਪਣੱਤ ਕਰ ਸਕਦਾ ਹੈ ਕਿ ਹੱਥਾਂ ਨਾਲ ਮੈਂ ਆਪ ਕੰਮ ਕਰਦਾ ਹਾਂ? ਕੋਈ ਦਾਅਵਾ ਨਹੀਂ ਕਰ ਸਕਦਾ ਕਿ ਹੱਥਾਂ ਨਾਲ ਮੈਂ ਆਪ ਕੰਮ ਕਰਦਾ ਹਾਂ, ਮੇਰੇ ਹੱਥ ਨੇ। ਰੱਬ ਨਾ ਕਰੇ ਕਿਸੇ ਨੂੰ ਅਧਰੰਗ ਹੋ ਜਾਵੇ, ਕਿਵੇਂ ਕੋਈ ਹੱਥ ਹਿਲਾ ਸਕਦਾ ਹੈ? ਜਦੋਂ ਪਰਮਾਤਮਾ ਆਪਣੀ ਚੇਤਨ ਸੱਤਾ ਵਿੱਚੋਂ ਖਿੱਚ ਲਵੇ, ਜੀਵ ਚੜ੍ਹਾਈ ਕਰ ਗਿਆ, ਤਾਂ ਹੱਥ ਪੈਰ ਸਾਰਾ ਸਰੀਰ ਕੈੜਾ ਹੋ ਜਾਂਦਾ, ਅਕੜ ਜਾਂਦਾ ਹੈ, ਸਿੱਧਾ ਹੋ ਜਾਂਦਾ ਹੈ। ਕਿਵੇਂ ਫਿਰ ਹੱਥ ਕਿਰਿਆ ਕਰ ਸਕਦੇ ਨੇ? ਉਹ ਪਰਮਾਤਮਾ ਹੱਥਾਂ ਵਿੱਚ ਵੀ ਹੱਥ ਰੂਪ ਹੈ, ਕਿਰਿਆ ਕਰਾਉਣ ਵਾਲਾ ਹੈ। ਇਸੇ ਲਈ ਇਹਨਾਂ ਹੱਥਾਂ ਨੂੰ ਵੀ ਸਫਲਾ ਕਰੀਏ, ਗੁਰੂ ਘਰ ਆ ਕੇ ਜੋੜੇ ਝਾੜੀਏ, ਸੰਗਤ ਦੀ ਸੇਵਾ ਕਰੀਏ। ਤੱਪੜ ਝਾੜ ਵਿਛਾਏ ਧੂੜੀ ਨਹਾਇਆ, ਜਿਵੇਂ ਗੁਰੂ ਘਰ ਦੀਆਂ ਦਰੀਆਂ ਝਾੜਨੀਆਂ, ਹੋਰ ਮਾਲਾ ਸਾਹਿਬ ਦੀ ਸੇਵਾ ਕਰਨੀ, ਸੰਗਤਾਂ ਦੇ ਜੂਠੇ ਬਰਤਨ ਮਾਂਜਣੇ, ਝਾੜੂ ਦੇਣਾ, ਐਸੇ ਤਰ੍ਹਾਂ ਸੇਵਾ ਕਰਨੀ ਕਿ ਹੇ ਪਰਮਾਤਮਾ ਇਹ ਹੱਥ ਤੇਰੇ ਨੇ। ਜਿਵੇਂ ਜਦੋਂ ਅੰਮ੍ਰਿਤ ਛਕਾਉਂਦੇ ਨੇ ਤਾਂ ਪੰਜ ਪਿਆਰੇ ਸਿੱਖਿਆ ਦਿੰਦੇ ਨੇ ਕਿ ਹੱਥ ਵਿੱਚ ਤੁਹਾਡੇ ਕੜਾ ਪਾਇਆ ਹੈ, ਜਿਵੇਂ ਕੜੇ ਨੇ ਬਾਂਹ ਨੂੰ ਕੱਢ ਕੇ ਰੱਖਿਆ ਹੈ, ਮਨ ਨੂੰ ਵਿਕਾਰਾਂ ਵਾਲੇ ਪਾਸੋਂ ਕੱਢ ਕੇ ਰੱਖਣਾ ਹੈ। ਇਹਨਾਂ ਹੱਥਾਂ ਨਾਲ ਕੋਈ ਮਾੜੇ ਕੰਮ ਨਹੀਂ ਕਰਨੇ, ਇਹਨਾਂ ਹੱਥਾਂ ਨਾਲ ਝੂਠੇ ਦਸਤਖਤ ਨਹੀਂ ਕਰਨੇ, ਇਹਨਾਂ ਹੱਥਾਂ ਨਾਲ ਚੋਰੀ ਯਾਰੀ ਠੱਗੀ ਨਹੀਂ ਕਰਨੀ। ਕਿਉਂਕਿ ਹੱਥ ਗੁਰੂ ਮਹਾਰਾਜ ਦੇ ਹੋ ਚੁੱਕੇ ਨੇ, ਜੋ ਹੱਥਾਂ ਦਾ ਪ੍ਰੇਰਕ ਹੈ, ਹੱਥ ਜਿਸ ਕਰਕੇ ਕਿਰਿਆ ਕਰਾਉਂਦੇ ਨੇ। ਹੁਣ ਜਿਹਦੇ 'ਤੇ ਆਪਣਾ ਅਹਿਸਾਨ ਹੋਵੇ ਨਾ, ਜਿਹਨੇ ਸਾਡੇ 'ਤੇ ਅਹਿਸਾਨ ਕੀਤਾ ਹੋਵੇ, ਜੇ ਆਪਾਂ ਉਹਦੇ ਅਨੁਸਾਰ ਹੀ ਨਾ ਹੋ ਕੇ ਚੱਲੀਏ ਨਾ, ਤਾਂ ਅੱਗੋਂ ਵਾਸਤੇ ਉਹ ਅਹਿਸਾਨ ਵੀ ਨਹੀਂ ਕਰਦਾ, ਉਹ ਸਹਾਇਤਾ ਵੀ ਨਹੀਂ ਕਰਦਾ। ਕਹਿੰਦਾ ਮੈਂ ਇਹਦੀ ਮਦਦ ਕੀਤੀ, ਇਹਨਾਂ ਮੇਰੀ ਗੱਲ ਨਹੀਂ ਮੰਨੀ। ਐਸੇ ਤਰ੍ਹਾਂ ਹੱਥਾਂ ਦੀ ਕਿਰਿਆ ਕਰਾਉਣ ਵਾਲਾ ਪਰਮਾਤਮਾ ਆਪ ਹੈ। ਜੇ ਆਪਾਂ ਉਹਦੇ ਹੁਕਮ ਤੋਂ ਬਾਹਰ ਹੋ ਕੇ ਇਹ ਹੱਥ ਨਾਲ ਆਪਾਂ ਨਸ਼ੇ ਪੱਤਿਆਂ ਨੂੰ ਉਹਦੇ ਹੱਥ ਲਾਈਏ, ਜਾਂ ਗੰਦੀ ਚੀਜ਼ਾਂ ਨੂੰ ਹੱਥ ਲਾਈਏ, ਜਾਂ ਮਾੜੇ ਪਾਸੇ ਇਹ ਹੱਥ ਵਰਤੀਏ, ਤਾਂ ਕੀ ਆਪਾਂ ਨੂੰ ਪਰਮਾਤਮਾ ਦੀ ਖੁਸ਼ੀ ਮਿਲ ਜਾਵੇਗੀ? ਨਹੀਂ, ਆਪਾਂ ਨੂੰ ਪਰਮਾਤਮਾ ਦੀ ਖੁਸ਼ੀ ਨਹੀਂ ਮਿਲ ਸਕਦੀ। ਫਿਰ ਪਰਮਾਤਮਾ ਦੀ ਫਿਰ ਨਾਰਾਜ਼ਗੀ ਮਿਲੇਗੀ। ਫਿਰ ਪਰਮਾਤਮਾ ਸੋਚੇਗਾ ਕਿ ਮੈਂ ਇਹਨੂੰ ਹੱਥ ਦਿੱਤੇ ਨੇ, ਕਿਉਂਕਿ ਹੱਥਾਂ ਦਾ ਪ੍ਰੇਰਕ ਪਰਮਾਤਮਾ ਆਪ ਹੈ। ਇਹ ਹੱਥਾਂ ਨਾਲ ਗਲਤ ਕੰਮ ਕਰਦਾ ਫਿਰਦਾ ਹੈ। ਐਸੇ ਕਰਕੇ ਹੱਥਾਂ ਨਾਲ ਉਸ ਪਰਮਾਤਮਾ ਦੇ ਗੁਰੂ ਘਰ ਦੀ ਸੇਵਾ ਕਰੀਏ, ਸੰਗਤ ਦੀ ਸੇਵਾ ਕਰੀਏ। ਨਮੋ ਪਾਨ ਪਾਨੇ, ਜੋ ਅੰਮ੍ਰਿਤ ਵਿੱਚ ਵੀ ਅੰਮ੍ਰਿਤ ਰੂਪ ਹੋ ਕੇ ਵਰਤ ਰਿਹਾ ਹੈ। ਕਿੰਨਿਆਂ ਨੇ ਅਮਰ ਹੋਣ ਦੀ ਕੋਸ਼ਿਸ਼ ਕੀਤੀ। ਹਰਨਾਕਸ਼ ਵਰਗਿਆਂ ਨੇ ਬ੍ਰਹਮਾ ਤੋਂ ਵਰ ਲੈ ਲਏ, ਨਾ ਮੈਂ ਦਿਨ ਨੂੰ ਮਰਾਂ, ਨਾ ਮੈਂ ਰਾਤ ਨੂੰ ਮਰਾਂ, ਨਾ ਮੈਨੂੰ ਕੋਈ ਦੇਵ ਮਾਰੇ, ਨਾ ਦੈਂਤ ਮਾਰੇ, ਨਾ ਮਨੁੱਖ ਮਾਰੇ, ਨਾ ਮੈਂ ਕਿਸੇ ਸ਼ਾਸਤਰ ਨਾਲ ਮਰਾਂ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਦਿਨ ਹੋਵੇ ਨਾ ਰਾਤ ਹੋਵੇ। ਕਿੰਨੇ ਵਾਰ ਲਏ ਸੀ ਕਿ ਮੈਂ ਅਮਰ ਹੋ ਜਾਵਾਂ, ਪਰ ਅਮਰ ਨਹੀਂ ਹੋ ਸਕਿਆ। ਉਹ ਅੰਮ੍ਰਿਤ ਵਿੱਚ ਅੰਮ੍ਰਿਤ ਰੂਪ ਹੈ, ਪਰ ਆਪਾਂ ਨੂੰ ਮੌਤ ਤੋਂ ਰਹਿਤ ਕਰਨ ਵਾਸਤੇ ਪਰਮਾਤਮਾ ਨੇ ਆਪਾਂ ਨੂੰ ਅੰਮ੍ਰਿਤ ਦੀ ਦਾਤ ਕਲਗੀਧਰ ਪਿਤਾ ਨੇ ਸਰਬੰਸ ਵਾਰ ਕੇ ਦਿੱਤੀ ਹੈ। ਪੰਜ ਪਿਆਰਿਆਂ ਨੇ ਸੀਸ ਦਿੱਤੇ ਨੇ, ਤਾਂ ਆਪਾਂ ਨੂੰ ਅੰਮ੍ਰਿਤ ਦੀ ਦਾਤ ਅੱਜ ਪ੍ਰਾਪਤ ਹੋਈ ਹੈ। ਨਮੋ ਪਾਨ ਪਾਨੇ, ਜੋ ਅੰਮ੍ਰਿਤ ਵਿੱਚ ਵੀ ਅੰਮ੍ਰਿਤ ਰੂਪ ਹੋ ਕੇ ਵਰਤ ਰਿਹਾ ਹੈ। ਪਾਨ ਦਾ ਅਰਥ ਹੈ ਅੰਮ੍ਰਿਤ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਜਦੋਂ ਸਮੁੰਦਰ ਦਾ ਮੰਥਨ ਹੋਇਆ, ਦੇਵਤੇ ਦੇ ਦੈਂਤਾਂ ਨੇ ਮੰਥਨ ਕੀਤਾ, ਜਦੋਂ ਵਿੱਚੋਂ ਅੰਮ੍ਰਿਤ ਦਾ ਰਤਨ ਨਿਕਲਿਆ ਨਾ,
ਤਾਂ ਦੇਵਤੇ ਦੈਂਤ ਆਪਸ ਵਿੱਚ ਇਹਨਾਂ ਦੀ ਲੜਾਈ ਹੋ ਗਈ। ਉਹ ਕਹਿੰਦੇ ਮੈਂ ਅੰਮ੍ਰਿਤ ਛਕਣਾ, ਉਹ ਕਹਿੰਦੇ ਮੈਂ ਅੰਮ੍ਰਿਤ ਪੀਣਾ ਹੈ ਕਿ ਅਸੀਂ ਅਮਰ ਹੋ ਜਾਈਏ। ਪਰ ਦੇਖੋ ਕਲਗੀਧਰ ਪਿਤਾ ਨੇ ਸਾਨੂੰ ਅਮਰ ਕਰਨ ਵਾਸਤੇ, ਸਾਡੀ ਆਤਮਾ ਨੂੰ ਅਮਰ ਕਰਨ ਵਾਸਤੇ, ਸਾਡੇ ਜੀਵਨ ਨੂੰ ਚੰਗੀ ਸੇਧ ਦੇਣ ਵਾਸਤੇ ਸਾਨੂੰ ਅੰਮ੍ਰਿਤ ਦਾ ਜੋ ਸੋਮਾ ਪ੍ਰਦਾਨ ਕੀਤਾ ਹੈ, ਜੋ ਅੰਮ੍ਰਿਤ ਪ੍ਰਦਾਨ ਕੀਤਾ ਹੈ। ਅੱਜ ਅੰਮ੍ਰਿਤ ਛਕ ਕੇ ਨਹੀਂ ਰਾਜੀ। ਕਿੰਨਾ ਸੌਖਾ ਤਰੀਕਾ, ਕਿੰਨਾ ਸੌਖਾ ਢੰਗ ਆਪਾਂ ਨੂੰ ਬਖਸ਼ਿਆ ਹੈ ਕਿ ਤੂੰ ਅੰਮ੍ਰਿਤ ਛਕ, 5 ਪਿਆਰਿਆਂ ਦੇ ਪੇਸ਼ ਹੋ, ਸਿੱਖਿਆ ਲੈ, 5 ਕਕਾਰ ਧਾਰਨ ਕੰਨ ਰਹਿਤ ਰੱਖ। ਐਸਾ ਅੰਮ੍ਰਿਤ ਹੈ ਜਿਹਨੂੰ ਪੀ ਕੇ ਫਿਰ ਅਮਰ ਹੋ ਜਾਂਦੇ ਨੇ, ਜਿਹਨੂੰ ਦੇਵੀ ਦੇਵਤੇ ਵੀ ਲੋਚਦੇ ਨੇ, ਜਿਹਨੂੰ ਦੈਂਤ ਵੀ ਲੋਚਦੇ ਨੇ। ਉਹ ਕਿੰਨੇ ਸੌਖੇ ਤਰੀਕੇ ਨਾਲ ਆਪਾਂ ਨੂੰ ਅੰਮ੍ਰਿਤ ਪ੍ਰਾਪਤ ਹੁੰਦਾ ਹੈ, ਪਰ ਆਪਾਂ ਛਕ ਕੇ ਨਹੀਂ ਰਾਜੀ। ਜੋ ਮਨਾਂ ਨੂੰ ਅਮਰ ਕਰਨ ਵਾਲਾ ਹੈ, ਜਿਹੜਾ ਅੰਮ੍ਰਿਤ ਛਕ ਕੇ ਰਹਿਤ ਰੱਖਦਾ ਹੈ, ਬਾਣੀ ਪੜ੍ਹਦਾ ਹੈ, ਉਹ ਫਿਰ ਜਿਉਂਦੇ ਜੀ ਜੀਵਨ ਮੁਕਤ ਹੋ ਜਾਂਦਾ ਹੈ ਅਤੇ ਮਰਨ ਤੋਂ ਬਾਅਦ ਵੀ ਗੁਰਾਂ ਵਿੱਚੋਂ ਭੇਦ ਹੋ ਜਾਂਦਾ ਹੈ। ਐਸੀ ਅੰਮ੍ਰਿਤ ਦੀ ਸ਼ਕਤੀ ਹੈ। ਆਪਾਂ ਵੀ ਅੰਮ੍ਰਿਤ ਛਕੀਏ। ਹੁਣ ਵਿਸਾਖੀ ਨੂੰ ਅੰਮ੍ਰਿਤ ਦਾ ਬਾਟਾ ਵੀ ਤਿਆਰ ਹੋਣਾ ਹੈ। ਭਿੰਡਰਾ ਅੰਮ੍ਰਿਤ ਦਾ ਬਾਟਾ ਵਿਸਾਖੀ ਨੂੰ ਤਿਆਰ ਹੋਵੇਗਾ। ਵਿਸਾਖੀ ਤੋਂ, ਸੰਗਰਾਂਦ ਤੋਂ ਜੋ ਨੇੜੇ ਐਤਵਾਰ ਆਵੇਗਾ ਨਾ, ਉਸ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਵੇਗਾ। ਹੋਰਾਂ ਨੂੰ ਵੀ ਪ੍ਰੇਰ ਕੇ ਲਿਆਈਏ, ਕਿਉਂਕਿ ਜੋੜਨ ਵਾਲਾ ਪੁੰਨ ਨਹੀਂ ਅਤੇ ਤੋੜਨ ਵਰਗਾ ਪਾਪ ਨਹੀਂ। ਅਤੇ ਸਤਿਗੁਰਾਂ ਦੇ ਅਨੁਸਾਰੀ ਹੋ ਕੇ ਚੱਲੀਏ, ਉਸ ਦਾ ਜਸ ਕਰੀਏ। ਸੋ ਸਮਾਂ ਵੀ ਸੰਪੂਰਨ ਹੋ ਚੁੱਕਿਆ, ਇੰਨਾ ਸਮਾਂ ਪ੍ਰਵਾਨ ਕਰੀਏ। ਹੋਈਆਂ ਭੁੱਲਾਂ ਦੀ ਖਿਮਾ ਦੇਹੋ ਸੱਜਣ ਅਸੀਸੜੀਆਂ, ਜੋ ਹੋਵੈ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।